ਪਿਆਰੇ ਵਿਦਿਆਰਥੀਓ, ਸਤਿ ਸ਼੍ਰੀ ਅਕਾਲ। ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਇਲੈਕਟ੍ਰੀਕਲ ਗਿਆਨ ਦੇ ਵਿੱਚ। ਅੱਜ ਇਸ ਵੀਡੀਓ ਦੇ ਵਿੱਚ ਅਸੀਂ ਪੈਰਲਲ ਸਰਕਟ ਬਾਰੇ ਪੜ੍ਹਨ ਜਾ ਰਹੇ ਹਾਂਗੇ। ਹੁਣ ਤੱਕ ਸਾਡੀਆਂ 4 ਵੀਡੀਓਜ਼ ਆ ਚੁੱਕੀਆਂ ਨੇਗੀਆਂ। ਇਸ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਮੇਰੀ ਰਾਏ ਹੈ ਕਿ ਪਹਿਲਾਂ ਉਹਨਾਂ ਨੂੰ ਦੇਖ ਲਓ, ਫਿਰ ਇਸ 5ਵੀਂ ਵੀਡੀਓ ਨੂੰ ਦੇਖਿਓ ਤਾਂ ਕਿ ਤੁਹਾਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਿਹੜਾ ਕੰਸੈਪਟ ਆ ਉਹ ਚੰਗੀ ਤਰ੍ਹਾਂ ਸਮਝ ਆ ਸਕੇ। ਅੱਜ ਜਿਹੜਾ ਅਸੀਂ ਕਰਨਾ ਗਾ ਸੀਰੀਜ਼ ਸਰਕਟ ਦੇ ਬਾਰੇ, ਜਿਹੜਾ ਹੁਣ ਤੱਕ ਦੱਸਿਆ ਗਾ, ਤੁਹਾਨੂੰ ਹਿੰਟ ਜਿਹਾ ਦੇ ਦਿੰਦਾ ਪਹਿਲਾਂ। ਸੀਰੀਜ਼ ਦੇ ਵਿੱਚ ਅਸੀਂ ਇਹੀ ਸਿੱਖਿਆ ਕਿ ਲੜੀ ਦੇ ਵਿੱਚ ਦੋ ਲੱਗੇ ਹੋਏ ਇੱਕ ਆ ਰਜਿਸਟੈਂਸ ਆ ਜਿਹੜਾ ਸਾਡਾ, ਜੇ ਬਿਲਕੁਲ ਇਹਦਾ ਜਿਹੜਾ ਸਿਰਾ ਗਾ ਉਹ ਦੂਜੇ ਸਿਰੇ ਨਾਲ ਜੁੜ ਜਾਵੇ ਅਗਲੇ ਰਜਿਸਟੈਂਸ ਦੇ, ਜਿੱਥੇ ਇੱਕ ਰਜਿਸਟੈਂਸ ਦਾ ਇੱਕ ਸਿਰਾ ਖਤਮ ਹੁੰਦਾ ਉੱਥੇ ਦੂਜੇ ਰਜਿਸਟੈਂਸ ਦਾ ਜਿਹੜਾ ਸ਼ੁਰੂਆਤ ਵਾਲਾ ਸਿਰਾ ਉਹ ਜੁੜਿਆ ਹੋਵੇ। ਅਤੇ ਜੇ ਦੋਨੇ ਸਿਰੇ ਹੈਗੇ ਜਿਹੜੇ ਜਿਹੜੇ ਦੋ ਸਿਰੇ ਬਚ ਗਏ ਹੁਣ, ਇਹ ਕਿਸੇ ਵੋਲਟੇਜ ਸੋਰਸ ਦੇ ਨਾਲ ਜੁੜੇ ਹੋਣ, ਇੱਦਾਂ ਦੇ ਸਰਕਟ ਨੂੰ ਅਸੀਂ ਕਹਿੰਦੇ ਸੀਗੇ ਕਿ ਇਹ ਦੋਨੇ ਸਰਕਟ ਆ ਜਿਹੜੇ ਸੀਰੀਜ਼ ਦੇ ਵਿੱਚ ਨੇ। ਸੀਰੀਜ਼ ਵਾਸਤੇ ਅਸੀਂ ਦੋ ਗੱਲਾਂ ਸਿੱਖੀਆਂ ਸੀਗੀਆਂ ਜੀ। ਪਹਿਲੀ ਗੱਲ ਤਾਂ ਇਹ ਸੀਗੀ ਕਿ ਜਿਹੜੇ ਸੀਰੀਜ਼ ਸਰਕਟ ਹੁੰਦਾ ਇਹਦੇ ਵਿੱਚ ਜਿਹੜਾ ਕਰੰਟ ਹੁੰਦਾ ਗਾ ਉਹ ਕਰੰਟ ਹਰ ਵੇਲੇ ਸਾਡਾ ਸੇਮ ਰਹਿੰਦਾ ਪੂਰੇ ਸਰਕਟ ਦੇ ਵਿੱਚ। ਜਿੱਥੇ ਵੀ ਜਿੰਨਾ ਵੀ ਕਰੰਟ ਇਸ ਪੋਜ਼ਿਟਿਵ ਸਿਰੇ ਦੇ ਵਿੱਚੋਂ ਨਿਕਲੇਗਾ ਉਹ ਸਾਰਾ ਕਰੰਟ ਜਿਹੜਾ ਹੋਵੇਗਾ ਉਹ ਸਾਡਾ ਸੇਮ ਰਹੇਗਾ ਥਰੂ ਆਊਟ ਦਾ ਪੂਰੇ ਦੇ ਪੂਰੇ ਸਰਕਟ ਦੇ ਵਿੱਚ। ਅਤੇ ਕਰੰਟ ਕੱਢਣਾ ਕਿਵੇਂ ਹੁੰਦਾ? ਕਰੰਟ ਕੱਢਣ ਦੇ ਸਾਡੇ ਕੋਲ ਫਾਰਮੂਲਾ ਹੁੰਦਾ ਵੀ ਵੋਲਟੇਜ ਨੂੰ ਅਸੀਂ ਡਿਵਾਈਡ ਕਰਨਾ ਸਰਕਟ ਦੀ ਟੋਟਲ ਰੈਜ਼ਿਸਟੈਂਸ ਦੇ ਨਾਲ। ਟੋਟਲ ਰੈਜ਼ਿਸਟੈਂਸ ਦਾ ਕੁੱਲ ਰੈਜ਼ਿਸਟੈਂਸ ਦਾ ਮਤਲਬ ਹੁੰਦਾ ਗਾ ਵੀ ਜੇ ਸਾਡੇ ਇਹ ਹੁਣ ਸੀਰੀਜ਼ 'ਚ ਰੱਖੇ ਹੋਏ ਹੈਗੇ, ਅਸੀਂ ਟੋਟਲ ਰੈਜ਼ਿਸਟੈਂਸ ਕੱਢਦੇ ਕਿਵੇਂ ਸੀਗੇ? ਦੋਨਾਂ ਨੂੰ ਜੋੜਦੇ ਸੀਗੇ ਅਸੀਂ। ਟੋਟਲ ਰੈਜ਼ਿਸਟੈਂਸ ਕੱਢਣ ਵਾਸਤੇ ਅਸੀਂ ਦੋਨਾਂ ਨੂੰ ਜੋੜਦੇ ਸੀ। ਕਿਹਨੂੰ ਇੱਕ ਤਾਂ ਸਾਡੇ ਕੋਲ ਜਿਹੜਾ ਆਰ ਰੈਜ਼ਿਸਟੈਂਸ ਪਿਆ ਹੈਗਾ ਜਿਵੇਂ 20 ਓਮ ਦਾ ਗਾ, ਅਤੇ ਦੂਜਾ ਹੈਗਾ 10 ਓਮ ਦਾ। ਇਹਨਾਂ ਦੋਨਾਂ ਨੂੰ ਜੋੜ ਕੇ ਸਾਡੇ ਕੋਲ 30 ਓਹਮ ਬਣ ਜਾਂਦਾ ਸੀਗਾ। ਸਾਡਾ ਯੂਨਿਟ ਹੁੰਦੇ ਹੈਗੇ ਜੀ, ਓਹਮ ਯੂਨਿਟ ਹੁੰਦੇ ਹੈਗੇ ਸਾਡੇ ਰਜਿਸਟੈਂਸ ਦੇ, ਪਤਾ ਹੀ ਹੈ ਤੁਹਾਨੂੰ, ਠੀਕ ਹੈ। ਤਾਂ ਉਸ ਤੋਂ ਬਾਅਦ ਅਸੀਂ ਜਿਹੜਾ ਇਹ 30 ਆਉਂਦਾ ਸੀਗਾ, ਹੁਣ ਅਸੀਂ 20 ਨਾਲ ਇਸ 20 ਨਾਲ ਇਸ 30 ਨੂੰ ਡਿਵਾਈਡ ਕਰਦੇ ਸੀਗੇ, ਫਿਰ ਸਾਡੇ ਕੋਲ ਆਂਸਰ ਆਉਂਦਾ ਸੀਗਾ 2/3 ਸਾਡਾ ਕਰੰਟ ਆ ਗਿਆ ਇੱਥੇ। ਅਗਲੀ ਗੱਲ ਅਸੀਂ ਇਹ ਪੜ੍ਹੀ ਸੀਗੀ ਵੀ ਜਿਹੜਾ ਇਹ 30 ਇਹ ਜਿਹੜੀ ਸਾਡੀ 20 ਵੋਲਟ ਹੈਗੀ, ਇਹਦਾ ਕੁਛ ਹਿੱਸਾ ਇੱਥੇ ਵੋਲਟੇਜ ਦਾ ਡਰੋਪ ਹੁੰਦਾ ਕੁਛ ਹਿੱਸਾ ਇੱਥੇ ਹੁੰਦਾ। ਜਿੰਨੇ ਵੀ ਵੋਲਟੇਜ ਡਰੋਪ ਜਿੰਨਾ ਵੀ ਵੋਲਟੇਜ ਹੁੰਦੀ ਆ ਉਹ ਸਾਰੀ ਵੰਡੀ ਜਾਂਦੀ ਹੁੰਦੀ ਹੈ। ਸੀਰੀਜ਼ ਦੇ ਵਿੱਚ ਇੱਕ ਤਾਂ ਕਰੰਟ ਸੇਮ ਰਹਿੰਦਾ, ਦੂਜੀ ਜਿਹੜੀ ਵੋਲਟੇਜ ਹੈਗੀ ਸਾਡੀ ਵੋਲਟੇਜ ਹੈਗੀ ਵੋਲਟੇਜ ਵੰਡੀ ਜਾਂਦੀ ਹੁੰਦੀ ਹੈ। ਅਤੇ ਜਿਹੜੀ ਵੋਲਟੇਜ ਵੰਡੀ ਜਾਂਦੀ ਹੈ ਉਹ ਡਿਪੈਂਡ ਕਰਦੀ ਹੁੰਦੀ ਹੈਗੀ ਕਾਹਦੇ ਉੱਪਰ? ਵੋਲਟੇਜ ਜਿਹੜਾ ਡਰੋਪ ਹੈਗਾ ਉਹ ਡਿਪੈਂਡ ਕਰਦਾ I ਗੁਣਾ R। ਹੁਣ I ਗੁਣਾ R ਇਹਦੇ ਵਿੱਚ ਵੀ ਕਰੰਟ ਤਾਂ ਉਹੀ ਹੈਗਾ, ਰਜਿਸਟੈਂਸ ਇਹਦੇ ਵਿੱਚ 20 ਹੋਏਗੀ, ਇਹਦੇ ਵਿੱਚ ਵੀ ਕਰੰਟ ਤਾਂ ਜਿਹੜਾ ਵੀ 2/3 ਨਿਕਲਿਆ ਉਹੀ ਹੈਗਾ, ਇਹਦੇ ਵਿੱਚ ਰਜਿਸਟੈਂਸ ਕਿੰਨੀ ਹੋਏਗੀ? 10 ਹੋਏਗੀ। ਤਾਂ ਦੋਨਾਂ ਦੇ ਵਿੱਚੋਂ ਆਂਸਰ ਕਿਹਦਾ ਵੱਡਾ ਆਏਗਾ? ਸਾਫ਼ ਦਿਖ ਰਿਹਾ ਸਾਨੂੰ I ਤਾਂ ਸਾਡੀ ਸੇਮ ਹੈਗਾ, ਜਿਹਦੇ ਵਿੱਚ 20 ਗੁਣਾ ਹੋ ਰਿਹਾ ਕਿਸੇ ਇੱਕ, ਮੰਨ ਲਓ I ਇੱਥੇ 2/3 ਆ ਹੈ ਨਾ, 2/3 ਨਾਲ ਇੱਕ ਵਾਰ ਤਾਂ 20 ਗੁਣਾ ਹੋ ਰਿਹਾ, ਇੱਕ ਵਾਰ 2/3 ਨਾਲ ਸਿਰਫ 10 ਗੁਣਾ ਹੋ ਰਿਹਾ, ਤਾਂ ਆਹੀ ਵੱਡਾ ਆਏਗਾ ਨਾ। ਇਹਦਾ ਮਤਲਬ ਸੀਰੀਜ਼ ਦੇ ਵਿੱਚ ਜਿਹੜੀ ਰਜਿਸਟੈਂਸ ਵੱਡੀ ਹੁੰਦੀ ਹੈਗੀ ਸਾਡੀ, ਉਸੇ ਦੇ ਅਕਰੋਸ ਉਸੇ 'ਚ ਵੋਲਟੇਜ ਡਰੋਪ ਵੀ ਵੱਧ ਹੁੰਦਾ ਹੈਗਾ। ਵੋਲਟੇਜ ਡਰੋਪ ਬਾਕੀ ਦੂਜੀ ਰਜਿਸਟੈਂਸ ਨਾਲੋਂ ਵੱਧ ਹੁੰਦਾ ਹੈਗਾ। ਇਸ ਅਸੀਂ ਸੀਰੀਜ਼ ਸਰਕਟ ਪੜ੍ਹਿਆ ਸੀਗਾ ਵੀ ਕਰੰਟ ਸੇਮ ਹੁੰਦਾ, ਵੋਲਟੇਜ ਸਾਡੀ ਵੰਡੀ ਜਾਂਦੀ ਹੈ। ਅੱਜ ਜਿਹੜੀ ਅਸੀਂ ਗੱਲ ਕਰਨ ਲੱਗੇ ਆਂਗੇ ਪੈਰਲਲ ਸਰਕਟ ਦੀ ਕਰਨ ਲੱਗੇ ਆਂਗੇ। ਪੈਰਲਲ ਕਹਿ ਲਓ ਇਹਨੂੰ, ਚਾਹੇ ਪੈਰਲਲ ਸਰਕਟ। ਪੈਰਲਲ ਸਰਕਟ ਕੀ ਹੁੰਦਾ ਹੈਗਾ? ਪੈਰਲਲ ਸਰਕਟ ਹੁੰਦਾ ਵੀ ਜਦੋਂ ਇੱਕ ਤੋਂ ਵੱਧ ਰਜਿਸਟੈਂਸਾਂ ਜਿਹੜੀਆਂ ਨੇਗੀਆਂ ਉਹਨਾਂ ਨੂੰ ਇੱਦਾਂ ਜੋੜਿਆ ਜਾਵੇ। ਮੰਨ ਲਓ ਇੱਕ ਆਹ ਰਜਿਸਟੈਂਸ ਪਈ ਹੈਗੀ ਸਾਡੀ 2 ਓਮ ਦੀ ਆ, ਇੱਕ ਆ ਪਈ ਆ ਇਹ ਵੀ 2 ਓਮ ਦੀ ਆ, ਤਾਂ ਅਸੀਂ ਕੀ ਕਰਨਾ ਗਾ? ਅਸੀਂ ਜੋੜਨਾ ਦੇਖੋ ਕਿਵੇਂ ਆ। ਦੋਨਾਂ ਦੀ ਮਰੋੜੀ ਇੱਕ ਸਿਰੇ 'ਤੇ ਮਰੋੜੀ ਮਾਰ ਲੈਣੀ ਹੈਗੀ। ਇੱਥੇ ਪੰਜਾਬੀ 'ਚ ਮੈਂ ਮਰੋੜੀ ਹੀ ਕਹੂੰਗਾ ਕਿਉਂਕਿ ਜਿਹੜੀਆਂ ਚੀਜ਼ਾਂ ਅਸੀਂ ਆਲਰੇਡੀ ਬੋਲਦੇ ਆਏ ਹਾਂਗੇ ਅਸੀਂ ਉਹਦੇ ਹਿਸਾਬ ਨਾਲ ਹੀ ਸਿੱਖਣਾ ਗਾ। ਨਵੇਂ ਸ਼ਬਦ ਅਸੀਂ ਯੂਜ਼ ਹੀ ਨਹੀਂ ਕਰਨੇ ਹੈਗੇ। ਸਾਡੀ ਕਿਹੜਾ ਇੰਟਰਵਿਊ ਆ ਗਈ ਉੱਥੇ ਉਹ ਪੁੱਛਣਗੇ ਵੀ ਤੁਸੀਂ ਕਹੀਆਂ ਗੱਲਾਂ ਕਰ ਰਹੇ ਹੋਗੇ, ਹੈ ਨਾ। ਦੂਜੇ ਪਾਸੇ ਜਿਹੜੇ ਆ 2 ਰਹਿ ਗਏ ਰਾਜੇ, ਇਹਨਾਂ ਦੀ ਆਪਸ ਦੇ ਵਿੱਚ ਅਸੀਂ ਮਰੋੜੀ ਮਾਰਨੀ ਹੈ। ਇੱਥੇ ਇਹ ਜਿਹੜੀ ਮਰੋੜੀ ਵੱਜੀ ਹੋਈ ਹੈਗੀ, ਇਸ ਮਰੋੜ ਨੂੰ ਅਸੀਂ ਅੱਗੇ ਵੋਲਟੇਜ ਨਾਲ ਕਿਸੇ ਬੈਟਰੀ ਦੇ ਨਾਲ ਜੋੜ ਦੇਣਾ ਗਾ। ਪਹਿਲਾਂ ਨਹੀਂ ਇੱਦਾਂ ਕੀਤਾ ਹੈਗਾ ਅਸੀਂ। ਜੇ ਸੀਰੀਜ਼ 'ਚ ਤੁਹਾਨੂੰ ਯਾਦ ਹੋਏ ਅਸੀਂ ਕੋਈ ਮਰੋੜੀ ਨਹੀਂ ਮਾਰੀ ਸੀਗੀ। ਅਸੀਂ ਕੀ ਕੀਤਾ ਸੀਗਾ, ਇੱਕ ਰਜਿਸਟੈਂਸ ਆ ਸੀ, ਦੂਜੀ ਆ ਸੀ, ਨੂੰ ਸਿੱਧਾ ਇੱਥੇ ਇੱਕ ਮਰੋੜੀ ਮਾਰੀ ਸੀਗੀ। ਦੂਜੇ ਪਾਸੇ ਜਿਹੜੇ ਸੀਗੇ ਦੂਜਾ ਸਿੱਧਾ ਵੋਲਟੇਜ ਸੋਰਸ ਲਗਾਇਆ ਸੀਗਾ। ਇੱਕ ਲੜੀ ਬਣਾਈ ਸੀਗੀ, ਇੱਕ ਲਾਈਨ ਬਣਾਈ ਸੀਗੀ। ਇਹਦੇ ਵਿੱਚ ਕੋਈ ਲਾਈਨ ਨਹੀਂ ਹੈਗੀ ਜੀ, ਇਹਦੇ ਵਿੱਚ ਅਸੀਂ ਕੋਈ ਲਾਈਨ ਨਹੀਂ ਬਣਾ ਰਹੇ ਹੈਗੇ। ਪੈਰਲਲ ਦੇ ਵਿੱਚ ਅਸੀਂ ਦੋਨੇ ਸਿਰੇ ਆਪਸ ਦੇ ਵਿੱਚ ਮਰੋੜੀ ਮਾਰੀ ਆ ਬਿਨਾਂ ਕਿਸੇ, ਆਹ ਦੇਖੋ ਆਹ ਤਾਰ ਦੀ, ਇੱਥੇ ਸਿੱਧੀ ਤਾਰ ਦੀ ਮਰੋੜੀ ਮਾਰਤੀ। ਤੇ ਜੇ ਦੋਨਾਂ ਦੀ ਵਿੱਚ ਇੱਥੇ ਮਰੋੜੀ ਵੱਜੀ ਹੋਈ ਹੈ, ਇਹ ਦੋਨੇ ਦਾ ਮਤਲਬ ਦੋਨੇ ਇਹਦੇ ਨਾਲ ਪੋਜ਼ੀਟਿਵ ਨਾਲ ਵੀ ਜੁੜੇ ਹੋਏ ਨੇਗੇ। ਦੋਨੇ
ਪੋਜ਼ਿਟਿਵ ਸਿਰਾ ਦੋਨੇ ਸਾਡੇ ਕਿਹਦੇ ਨਾਲ ਜੁੜੇ ਹੋਏ, ਨੈਗੇਟਿਵ ਨਾਲ ਵੀ ਜੁੜੇ ਹੋਏ ਨੇਗੇ। ਇਹਦਾ ਮਤਲਬ ਜਿਹੜੀ ਵੋਲਟੇਜ ਮੰਨ ਲਓ ਜੇ ਮੈਂ ਇੱਥੇ 10 ਵੋਲਟ ਦੀ ਗੱਲ ਕਰਾਂ ਤਾਂ ਸਾਫ਼-ਸਾਫ਼ ਪਤਾ ਲੱਗ ਰਿਹਾ ਨਾ, ਜਿਹੜੀ ਤਾਰ ਇਹਨੂੰ ਮਿਲਦੀ ਆ ਉਹੀ ਤਾਰ ਇਹਨੂੰ ਮਿਲ ਰਹੀ ਹੈ, ਇੱਧਰਲੇ ਪਾਸੇ ਜਿਹੜੀ ਤਾਰ ਇਹਨੂੰ ਮਿਲਦੀ ਆ ਉਹੀ ਤਾਰ ਇਹਨੂੰ ਮਿਲ ਰਹੀ ਹੈ। ਤੇਰਾ ਮਤਲਬ ਇਹ ਆ ਵੀ ਉੱਪਰ ਵਾਲਾ 2 ਓਮ ਇਹਦੇ ਕ੍ਰਾਸ ਵੀ ਜਿਹੜੀ ਵੋਲਟੇਜ ਹੈਗੀ ਉਹ 10 ਵੋਲਟ ਆ, ਜਿਹੜਾ ਹੇਠਾਂ ਵਾਲਾ ਇਹਦੇ ਕ੍ਰਾਸ ਵੀ 10 ਵੋਲਟ ਆ। ਇੱਥੋਂ ਸਾਨੂੰ ਕੀ ਪਤਾ ਲੱਗਦਾ ਵੀ ਹਰ ਪੈਰਲਲ ਸਰਕਟ ਦੇ ਵਿੱਚ ਵੋਲਟੇਜ ਜਿਹੜੀ ਹੁੰਦੀ ਹੈਗੀ, ਵੋਲਟੇਜ ਬਰਾਬਰ ਹੁੰਦੀ ਆ। ਉਹ 'ਚ ਕਰੰਟ ਦੀ ਗੱਲ ਕੀਤੀ ਸੀ, ਇਹਦੇ ਵਿੱਚ ਕਾਹਦੀ ਗੱਲ ਆ, ਵੋਲਟੇਜ ਦੀ। ਵੋਲਟੇਜ ਬਰਾਬਰ ਹੁੰਦੀ ਆ। ਕਰੰਟ ਜਿਹੜਾ ਹੋਏਗਾ ਸਾਡਾ, ਜਿਵੇਂ ਚਲੋ ਇਸ ਦਾ ਰੈਜ਼ਿਸਟੈਂਸ ਸਾਡੀਆਂ ਬਰਾਬਰ ਸੀਗੀਆਂ ਤਾਂ ਬਰਾਬਰ ਆ ਜਾਏਗਾ। ਜੇ ਮੰਨ ਲਓ ਇੱਦਾਂ ਹੁੰਦੀਆਂ ਵੀ ਇੱਥੇ 6 ਓਮ ਹੁੰਦਾ, ਆਹ ਦੇਖੋ ਇਹਦੀ ਮਰੋੜੀ ਇੱਥੇ ਵੱਜੀ ਆ ਨਾ ਇੱਥੇ, ਤੇ ਦੂਜੀ ਮਰੋੜੀ ਇੱਥੇ ਮਾਰਤੀ ਅਸੀਂ, ਆਹ 6 ਓਮ ਆ ਤੇ ਆਹ 3 ਓਮ ਆ। ਜਦੋਂ ਇੱਥੇ ਕੋਈ ਨਾ ਕੋਈ ਆਪਾਂ ਵੋਲਟੇਜ ਬੈਟਰੀ ਸੋਰਸ ਲਗਾਵਾਂਗੇ, ਆ ਪੋਜ਼ਿਟਿਵ ਦੇ ਵਿੱਚੋਂ ਜਦੋਂ ਕਰੰਟ ਨਿਕਲੇਗਾ ਉਹ ਇੱਥੇ ਆ ਕੇ ਦੇਖੇਗਾ, ਉਹ ਇੱਕ ਵਾਰੀ ਇੱਧਰ ਨੂੰ ਨਜ਼ਰ ਘੁਮਾਵੇਗਾ 3 ਵਾਲੇ ਪਾਸੇ, ਉਹਦਾ ਮੰਜ਼ਿਲ ਕਿਹੜੀ ਆ, ਉਹਦੀ ਮੰਜ਼ਿਲ ਇੱਥੇ, ਉਹਨੇ ਇੱਥੇ ਨਿਕਲਣਾਗਾ, ਚਾਹੇ ਉੱਪਰ ਦੀ ਹੋ ਕੇ ਨਿਕਲੇ ਚਾਹੇ ਇੱਥੋਂ ਦੀ ਹੋ ਕੇ ਨਿਕਲੇ। ਹੁਣ ਜਦੋਂ ਇੱਧਰ ਨੂੰ ਉੱਪਰ ਨੂੰ ਦੇਖੇਗਾ ਉਹਨੂੰ ਅਪੋਜ਼ ਕੌਣ ਕਰ ਰਿਹਾ, 6 ਓਮ ਦੀ ਰੈਜ਼ਿਸਟੈਂਸ। ਜਦੋਂ ਹੇਠਾਂ ਨੂੰ ਦੇਖੇਗਾ ਉਹਨੂੰ ਅਪੋਜ਼ ਕੌਣ ਕਰ ਰਿਹਾ, 3 ਓਮ ਦੀ ਰੈਜ਼ਿਸਟੈਂਸ। ਤਾਂ ਕਿੱਧਰ ਨੂੰ ਅਜੇ ਵੱਧ ਜਾਏਗਾ, ਕਿੱਧਰ ਨੂੰ ਵੱਧ ਜਾਏਗਾ, ਇੱਧਰ ਨੂੰ ਵੱਧ ਜਾਏਗਾ, ਤੇ ਇੱਧਰ ਘਟ ਜਾਏਗਾ। ਜ਼ੀਰੋ ਨਹੀਂ ਹੈਗਾ, ਘਟ ਜਾਏਗਾ। ਮੈਂ ਤੁਹਾਨੂੰ ਇੱਕ ਗੱਲ ਤੁਹਾਨੂੰ ਪੁੱਛਦੇ ਆਂਗੇ ਵੀ ਸਪੋਜ਼ ਕਰੋ ਇੱਕ ਆਹ ਹਾਈਵੇ ਆ, ਆਹ ਸ਼ਹਿਰ ਦੇ ਵਿੱਚ ਨਾ ਆਹ ਘਰ ਆ ਇੱਕ ਤਾਂ ਇਹ ਘਰ ਨੂੰ ਰਾਹ ਜਾਂਦਾ ਹੈਗਾ ਇੱਥੋਂ ਇੱਦਾਂ, ਇੱਕ ਇਸ ਘਰ ਨੂੰ ਰਾਹ ਜਾਂਦਾ ਹੈਗਾ ਇੱਥੋਂ, ਜਿਹੜਾ ਤਾਂ ਇਸ ਘਰ ਨੂੰ ਰਾਹ ਇੱਦਾਂ ਜਾਂਦਾ ਗਲੀ ਵਿੱਚ ਦੀ ਹੋ ਕੇ, ਇਹ ਤਾਂ ਹੈਗਾ ਸਾਫ ਸੁਥਰਾ, ਇਹ ਤਾਂ ਸੜਕ ਬਣੀ ਹੋਈ ਹੈਗੀ ਪੱਕੀ। ਇੱਕ ਰਾਹ ਇੱਦਾਂ ਜਾਂਦਾ, ਇੱਥੇ ਸੜਕ ਨਹੀਂ ਬਣੀ ਹੋਈ, ਟੁੱਟੀ ਹੋਈ ਹੈ, ਤਾਂ ਪ੍ਰਤੀਰੋਧ ਕਿੱਥੇ ਵੱਧ ਮਿਲੂਗਾ, ਜਿੱਥੇ ਸੜਕ ਟੁੱਟੀ ਹੋਈ ਹੈ। ਇਹਦਾ ਮਤਲਬ ਜਿਹੜਾ ਆਹ ਰਾਹ ਗਾ ਇਹਦਾ ਜਿਹੜਾ ਪ੍ਰਤੀਰੋਧ ਆ, ਜਿਹਦੀ ਰੈਜ਼ਿਸਟੈਂਸ ਆ ਗਈ, ਆਪਾਂ ਕਹਿ ਸਕਦੇ ਹਾਂ ਫ੍ਰਿਕਸ਼ਨ ਆ, ਉਹ ਵੱਧ ਆ ਗਈ ਨਾ। ਤੇ ਇੱਧਰਲੀ ਇੱਥੇ ਜਿਹੜੀ ਸੜਕ ਬਣੀ ਹੋਈ ਹੈਗੀ ਇਹਦਾ ਪ੍ਰਤੀਰੋਧ ਘੱਟ ਹੈਗਾ। ਤਾਂ ਇੱਕ ਗੱਲ ਤਾਂ ਪੱਕੀ ਹੈ, ਜੇ ਮੰਨ ਲਓ ਚਲੋ ਇਹਨੂੰ ਆਪਾਂ ਘਰ ਦੀ ਥਾਂ 'ਤੇ ਆਪਾਂ ਇਹਨੂੰ ਹਸਪੀਟਲ ਕਹਿ ਲਓ ਕੋਈ, ਜਾਂ ਬੱਸ ਸਟੈਂਡ ਕਹਿ ਲਓ, ਕੀ ਇਹ ਹੁੰਦਾ ਗਾ, ਕੀ ਇਹ ਚੀਜ਼ ਪੋਸੀਬਲ ਹੈਗੀ ਹੈ ਵੀ ਇੱਥੋਂ ਜਿੰਨੀ ਵੀ ਟ੍ਰੈਫਿਕ ਆਵੇ ਉਹ ਸਾਰੀ ਸੜਕ ਦੇ ਉੱਪਰ ਦੀ ਹੀ ਜਾਵੇ, ਇੱਧਰ ਨੂੰ ਕੋਈ ਵੀ ਨਾ ਜਾਵੇ। ਸੜਕ ਇਹ ਹੁੰਦਾ ਵੀ ਦੇਖੋ ਰਾਜੇ, ਤੁਹਾਡੇ ਸ਼ਹਿਰਾਂ ਦੇ ਵਿੱਚ ਵੀ ਸੜਕਾਂ ਟੁੱਟੀਆਂ ਹੋਈਆਂ ਹੋਣਗੀਆਂ ਅਤੇ ਉਹਨਾਂ ਦੇ ਹੋਰ ਪਾਥ ਵੀ ਹੋਣਗੇ, ਹੋਰ ਗਲੀਆਂ ਦੇ ਵਿੱਚ ਦੀ ਹੋ ਕੇ ਵੀ ਜਾਇਆ ਜਾਂਦਾ ਹੋਊਗਾ। ਕਦੇ ਇਹ ਦੇਖਿਆ ਵੀ ਟੁੱਟੀ ਹੋਈ ਸੜਕ ਦੇ ਉੱਪਰ ਇੱਕ ਵੀ ਵਾਹਨ ਨਾ ਚੜ੍ਹੇ, ਹੋ ਹੀ ਨਹੀਂ ਸਕਦਾ ਹੈਗਾ। ਹਰੇਕ ਦੀ ਆਪੋ ਆਪਣੀ ਸੋਚ ਆ, ਕੋਈ ਤੇਲ ਬਚਾਉਂਦਾ, ਕੋਈ ਕੁਛ ਬਚਾਉਂਦਾ। ਤਾਂ ਉਸੇ ਤਰੀਕੇ ਨਾਲ ਵੀ ਸੜਕ ਕਦੇ ਚਾਹੇ ਟੁੱਟੀ ਹੈ, ਚਾਹੇ ਕੁਛ ਮਰਜ਼ੀ ਹੈ, ਚਾਹੇ ਭੱਜੀ ਹੈ, ਟੋਏ ਹੈ, ਟਿੱਬੇ ਹੈ, ਪਰ ਸੜਕ ਦੇ ਉੱਪਰ ਤਾਂ ਟ੍ਰੈਫਿਕ ਰਹੇਗੀ। ਕੋਈ ਨਾ ਕੋਈ ਤਾਂ ਹੋਵੇਗਾ ਜਿਹੜਾ ਇੱਧਰ ਨੂੰ ਜਾਵੇਗਾ। ਉਹ ਵੱਖਰੀ ਗੱਲ ਹੈ ਵੀ ਜਿਹੜੀ ਸਾਫ਼ ਆ ਉੱਧਰ ਟ੍ਰੈਫਿਕ ਵੱਧ ਹੋਵੇਗੀ, ਉਹ ਅੱਡ ਗੱਲ ਹੈ ਵੀ ਉੱਧਰ ਟ੍ਰੈਫਿਕ ਵੱਧ ਹੋਵੇਗੀ। ਪਰ ਇੱਧਰ ਵੀ ਜ਼ੀਰੋ ਨਹੀਂ ਕਹਿ ਸਕਦੇ। ਜਾਂ ਤਾਂ ਇਹ ਸੜਕ ਬੰਦ ਹੋਵੇ, ਇੱਥੋਂ ਲਿਖੀ ਹੋਵੇ ਵੀ ਅੱਗੇ ਕੰਮ ਚੱਲ ਰਿਹਾ ਹੈ, ਲਿਖ ਕੇ ਲਾਇਆ ਹੋਵੇ, ਫਿਰ ਤਾਂ ਮੰਨਿਆ। ਬੰਦ ਹੋਣ ਦਾ ਮਤਲਬ ਕੀ ਹੈ ਰਾਜੇ, ਸਾਡੇ ਪੈਰਲ ਦੇ ਵਿੱਚ ਬੰਦ ਹੋਣ ਦਾ ਕੀ ਮਤਲਬ ਹੈਗਾ ਵੀ ਜਾਂ ਤਾਂ ਇੱਥੇ ਰਾਜੇ ਲਿਖ ਕੇ ਇੱਥੇ ਇਹ ਓਪਨੇ ਪਿਆ ਹੋਵੇ, ਜਾਂ ਤਾਂ ਫਿਰ ਤਾਂ ਮੰਨਿਆ ਵੀ ਉਹ ਜਦੋਂ ਓਪਨੇ ਹੋ ਗਿਆ, ਇੱਥੇ ਲਿਖੀ ਹੋਇਆਗਾ ਅੱਗੇ ਸੜਕ ਬੰਦ ਹੈ, ਫਿਰ ਤਾਂ ਸਾਰਾ ਕਰੰਟ ਇੱਧਰ ਨੂੰ ਜਾਏਗਾ, ਫਿਰ ਤਾਂ ਕਰੰਟ ਇੱਧਰ ਨੂੰ ਹੋ ਕੇ ਜਾਓ, ਕਰੰਟ ਦੀ ਮਜਬੂਰੀ ਹੈਗੀ। ਪਰ ਜੇ ਇੱਥੇ ਕੋਈ ਬੇਸ਼ੱਕ ਚਲੋ ਔਖਾ ਹੈਗਾ ਸੌਖਾ ਜੋ ਵੀ ਹੈਗਾ, ਜੇ ਔਖਾ ਹੈਗਾ ਤਾਂ ਕਰੰਟ ਘੱਟ ਜਾਊਗਾ ਇੱਧਰ ਦੀ, ਪਰ ਇਹ ਨਹੀਂ ਕਹਿ ਸਕਦੇ ਵੀ ਨਹੀਂ ਜਾਊਗਾ। ਪਤਾ ਲੱਗ ਗਿਆ ਜੀ। ਤਾਂ ਇੱਥੋਂ ਅਸੀਂ 2 ਚੀਜ਼ਾਂ ਸਿੱਖੀਆਂ ਨੇ ਜੀ। ਪੈਰਲਲ ਦੇ ਵਿੱਚ ਵੋਲਟੇਜ ਬਰਾਬਰ ਹੁੰਦੀ ਹੈ। ਦੂਜੀ ਗੱਲ, ਕਿਸੇ ਵੀ ਬ੍ਰਾਂਚ ਦੇ ਵਿੱਚ, ਕਿਸੇ ਵੀ ਤਾਰ ਵਿੱਚ, ਕਿਸੇ ਵੀ ਪੈਰਲਲ ਤਾਰ ਕਹਿ ਲਓ ਅਸੀਂ, ਜਿਹੜੀ ਪੈਰਲਲ ਦੇ ਵਿੱਚ 2 ਤਾਰਾਂ ਸੀਗੀਆਂ ਨਾ ਸਾਡੀਆਂ, ਪੈਰਲਲ ਤਾਰ ਵਿੱਚ ਕਿੰਨਾ ਕਰੰਟ ਜਾਵੇਗਾ ਇਹ ਉਸ ਦੀ ਰੈਜ਼ਿਸਟੈਂਸ 'ਤੇ ਡਿਪੈਂਡ ਕਰਦਾ ਹੈ। ਇਹ ਉਸ ਦੀ ਮਤਲਬ ਉਸ ਤਾਰ ਦੀ ਰੈਜ਼ਿਸਟੈਂਸ 'ਤੇ ਡਿਪੈਂਡ ਕਰਦਾ ਹੈ। ਜਿਸ ਪਾਥ ਦੀ ਰੈਜ਼ਿਸਟੈਂਸ, ਜਿਸ ਪਾਥ ਦੀ ਕਹਿ ਲਓ ਜਾਂ ਜਿਸ ਤਾਰ ਦੀ ਕਹਿ ਲਓ, ਜਿਸ ਤਾਰ ਦੀ ਰੈਜ਼ਿਸਟੈਂਸ ਵੱਧ ਹੈ ਉੱਥੇ ਕਰੰਟ ਘੱਟ ਹੋਵੇਗਾ। ਇਸ ਤੋਂ ਉਲਟ
ਜਿਸ ਤਾਰ ਦੀ ਰੈਜ਼ਿਸਟੈਂਸ ਘੱਟ ਹੈ ਉੱਥੇ ਕਰੰਟ ਵੱਧ ਹੋਵੇਗਾ। ਲਓ ਜੀ, ਇੱਥੇ ਤੱਕ ਦੇਖੋ। ਪਹਿਲਾਂ ਤਾਂ ਇਹਨੂੰ ਇੰਨੀ ਗੱਲ ਪਤਾ ਲੱਗ ਗਈ। ਇੱਕ ਤੁਹਾਨੂੰ ਬੜੀ ਵਧੀਆ ਐਗਜ਼ਾਮਪਲ ਇੱਕ ਹੋਰ ਮੈਨੂੰ ਯਾਦ ਆ ਰਹੀ ਆ। ਤੁਸੀਂ ਨਾ ਆਪਣੇ ਮਨ ਦੇ ਵਿੱਚ ਲੈ ਕੇ ਆਓ ਥੀਏਟਰ। ਸੀਰੀਜ਼ ਪੈਰਲ ਦੀ ਐਗਜ਼ਾਮਪਲ ਦੱਸਣ ਲੱਗਿਆ ਤੁਹਾਨੂੰ ਜੀ। ਮੰਨ ਲਓ ਆਹ ਸਾਹਮਣੇ ਨਾ ਤੁਹਾਡੇ ਸਕਰੀਨ ਲੱਗੀ ਹੋਈ ਹੈ, ਇੱਥੇ ਆਹ ਸਕਰੀਨ ਹੈਗੀ। ਮੰਨ ਲਓ ਇਹ ਥੀਏਟਰ ਹੈ, ਕੋਈ ਬਹੁਤ ਵਧੀਆ ਇਹਦਾ ਬਜਟ ਨਹੀਂ ਹੈਗਾ। ਇਹਦੇ ਵਿੱਚ ਕੁਰਸੀਆਂ ਨੂੰ ਨਾ ਇੱਦਾਂ ਡਾਹਿਆ ਹੋਇਆ ਹੈਗਾ, ਇੱਦਾਂ ਇੱਕ ਕੁਰਸੀ ਆਹ ਹੈ, ਇੱਕ ਕੁਰਸੀ ਉਹਦੇ ਪਿੱਛੇ, ਇੱਕ ਕੁਰਸੀ ਉਹਦੇ ਪਿੱਛੇ ਆ। ਇਹ ਪੁਰਾਣਾ ਇਹ ਉਹ ਨਹੀਂ ਹੈਗਾ ਵੀ ਇਹਦੇ ਵਿੱਚ ਪੌੜੀਆਂ ਨਹੀਂ ਬਣੀਆਂ ਹੋਈਆਂ ਹੈਗੀਆਂ। ਇਹ ਮੰਨੋ ਵੀ ਇਹ ਬਿਲਕੁਲ ਸਮਤਲ ਆ। ਤਾਂ ਇੱਕ ਲੜੀ ਬਣਾਈ ਹੋਈ ਹੈ, ਇੱਕ ਲੜੀ ਜੀ ਬਣਾਈ ਹੋਈ ਹੈਗੀ। ਤਾਂ ਸਕਰੀਨ ਨੂੰ ਅਸੀਂ ਮੰਨ ਲੈਂਦੇ ਹਾਂ ਵੋਲਟੇਜ। ਸਕਰੀਨ ਨੂੰ ਅਸੀਂ ਮੰਨ ਲੈਂਦੇ ਹਾਂ ਵੋਲਟੇਜ। ਤੇ ਲੜੀ ਦੇ ਵਿੱਚ ਬੈਠਣਗੇ ਆਹ ਬੰਦਾ ਤੇ ਆਹ ਪਿਛਲਾ ਬੰਦਾ। ਕੀ ਇਹਨਾਂ ਸਾਰਿਆਂ ਨੂੰ ਸਕਰੀਨ ਦਿਖੇਗੀ? ਸੇਮ ਉਹੀ ਸਕਰੀਨ ਦਿਖੇਗੀ, ਸਾਰੀ ਸਕਰੀਨ ਦਿਖੇਗੀ। ਜਿਹੜਾ ਬੱਚੇ ਆਹ ਬੈਠਾ ਗਾ, ਮੰਨ ਲਓ ਇੱਕ ਆ ਇੱਥੇ ਪੋਜੀਸ਼ਨ ਦੇ ਉੱਪਰ ਬੈਠਾ, ਦਾ ਕੱਦ ਵੀ ਮੰਨ ਲਓ ਛੋਟਾ ਹੈਗਾ। ਜਿਹਦਾ ਕੱਦ ਛੋਟਾ ਹੈਗਾ ਉਹਨੂੰ ਕਿੱਥੋਂ ਦਿਖ ਜਾਏਗਾ? ਉਹਨੂੰ ਅਗਲੇ ਮੰਨ ਲਓ ਇਹਦਾ ਕੱਦ ਜਿਹੜਾ ਉਹ ਵੱਡਾ ਹੈਗਾ, ਤਾਂ ਵੱਡੇ ਕੱਦ ਵਾਲੇ ਇਹਨੂੰ ਸਾਰਾ ਇਹਦਾ ਸਕਰੀਨ ਦਾ ਵਿਊ ਰੋਕ ਲੇਗਾ। ਅੱਧੀ ਸਕਰੀਨ ਤਾਂ ਇਹਨੂੰ ਦਿਖਣੀ ਨਹੀਂ ਹੈਗੀ ਇਹਨੂੰ। ਇਹ ਹੈਗੇ ਲੜੀ, ਇਹ ਹੈਗਾ ਸੀਰੀਜ਼। ਸੀਰੀਜ਼ ਦੇ ਵਿੱਚ ਵੀ ਤਾਂ ਇਹੀ ਕਿਹਾ ਸੀ ਵੀ ਜਿਹੜੀ ਪੂਰੀ ਦੀ ਪੂਰੀ ਵੋਲਟੇਜ ਹੁੰਦੀ ਹੈਗੀ, ਜੇ ਮੰਨ ਲਓ ਦੋ ਰਜਿਸਟੈਂਸਾਂ ਲੱਗੀਆਂ ਹੋਈਆਂ ਨੇਗੀਆਂ, ਉਹ ਵੰਡੀ ਜਾਂਦੀ ਆ। ਅੱਧੀ ਕਾਹ ਦੇਖਦਾ, ਅੱਧੀ ਕਾਹ ਦੇਖਦਾ। ਜੇ ਮੰਨ ਲਓ 10 ਵੋਲਟ ਆ, ਜੇ ਇੱਥੇ 6 ਵੋਲਟ ਆ, ਤਾਂ ਪੱਕੀ ਗੱਲ ਆ ਦੂਜੇ ਦੇ ਕ੍ਰਾਸ 4 ਵੋਲਟ ਹੋਏਗੀ। ਵੰਡੀ ਜਾਂਦੀ ਹੈਗੀ, ਸਾਰੀ ਨਹੀਂ ਦਿਖਦੀ। ਤੇ ਇਸੇ ਸਕਰੀਨ ਦੇ ਉੱਪਰ, ਇਸੇ ਸਕਰੀਨ ਦੇ ਉੱਪਰ ਜੇ ਆਪਾਂ ਇੱਦਾਂ ਬਿਠਾ ਦਈਏ, ਪੈਰਲਲ 'ਚ ਬਿਠਾ ਦਈਏ ਇਹਨਾਂ ਨੂੰ ਸਾਹਮਣੇ ਇੱਦਾਂ, ਇਹੀ ਕੁਰਸੀਆਂ ਜਿਹੜੀਆਂ ਡਾਉਣੀਆਂ ਨੇਗੀਆਂ, ਪੇਪਰ ਵਾਲਾ ਕੰਮ ਨਹੀਂ ਕਰਨਾ ਹੈਗਾ ਆਪਾਂ। ਲੜੀ ਨਹੀਂ ਬਣਾਉਣੀ ਹੈਗੀ ਆਪਾਂ, ਸਿੱਧੇ ਇੱਦਾਂ ਬਣਾ ਦਈਏ। ਇੱਦਾਂ 3 ਬਿਠਾਓ, 4 ਬਿਠਾਓ, 5 ਬਿਠਾਓ, 7 ਬਿਠਾਓ, 8 ਬਿਠਾਓ, 10 ਬਿਠਾਓ। ਜੇ ਤੁਸੀਂ ਇੱਦਾਂ ਬਿਠਾਓਗੇ ਇਹਨਾਂ ਨੂੰ, ਤਾਂ ਸਕਰੀਨ ਸਭ ਨੂੰ ਪੂਰੀ ਦਿਖ ਰਹੀ ਹੈ ਨਾ। ਉਹ ਵੱਖਰੀ ਗੱਲ ਹੈ, ਮਾੜੀ ਮੋਟੀ ਟੇਢੀ ਵਿੰਗੀ ਦਿਖੇਗੀ, ਜਾਂ ਬਿਲਕੁਲ ਇਹਨੂੰ ਸਿੱਧਾ ਦਿਖੇਗਾ, ਇੱਧਰ ਨੂੰ ਥੋੜ੍ਹਾ ਟੇਢਾ ਦਿਖੇਗਾ, ਪਰ ਹੁਣ ਸਕਰੀਨ ਪੂਰੀ ਦਿਖ ਰਹੀ ਹੈ ਨਾ। ਤਾਂ ਇਹਦਾ ਮਤਲਬ ਵੋਲਟੇਜ ਕਿਹਦੇ ਵਿੱਚ ਬਰਾਬਰ ਹੁੰਦੀ ਹੈ? ਜਦੋਂ ਅਸੀਂ ਇੱਦਾਂ ਬਿਠਾਉਣੇ ਆਂਗੇ। ਆਹ ਕੀ ਬਿਠਾਏ ਹੋਏ? ਸਮਾਨਾਂਤਰ। ਸਮਾਨਾਂਤਰ, ਸਮਾਨਾਂਤਰ ਪੈਰਲਲ ਦੇ ਵਿੱਚ। ਪੈਰਲਲ ਦੇ ਵਿੱਚ ਸਕਰੀਨ ਸਾਰੀ ਦਿਖਦੀ ਹੈ, ਪੈਰਲਲ 'ਚ ਵੋਲਟੇਜ ਇਕੁਅਲ ਹੁੰਦੀ ਹੈ, ਬਰਾਬਰ ਦਿਖਦੀ ਹੈ। ਪਰ ਲੜੀ ਦੇ ਵਿੱਚ ਨਹੀਂ ਦਿਖਦੀ ਹੈਗੀ। ਤਾਂ ਪਤਾ ਲੱਗ ਗਿਆ ਜੀ? ਠੀਕ ਹੈ। ਹੁਣ ਕੋਈ ਕੁਐਸਚਨ ਕਰ ਦਿਆਂਗੇ ਆਪਾਂ। ਜੇ ਮੰਨ ਲਓ ਇੱਦਾਂ ਦੋ ਰਜਿਸਟੈਂਸ ਲੱਗੇ ਹੋਏ, ਹੁਣ ਅਸੀਂ ਮੇਨ ਅਸੀਂ ਕਰਦੇ ਕੀ ਹੁੰਦੇ ਰਾਜੇ? ਮੇਨ ਤਾਂ ਅਸੀਂ ਇਹ ਕੰਮ ਕਰਨਾ ਹੁੰਦਾ ਹੈਗਾ ਵੀ ਟੋਟਲ ਰਜਿਸਟੈਂਸ ਕੱਢਣੀ ਹੁੰਦੀ ਹੈ, ਤਾਂ ਕਿ ਅਸੀਂ ਕਰੰਟ ਕੱਢ ਸਕੀਏ। ਸਾਨੂੰ ਦੇਵੇਗਾ ਹੀ ਉਹ ਕਰੰਟ ਹੀ ਪੁੱਛੇਗਾ ਸਾਨੂੰ ਕਰੰਟ ਤੋਂ, ਜਾਂ ਫਿਰ ਆਈ ਸਕੁਏਅਰ ਕਰਕੇ ਉਹ ਪਾਵਰ ਪੁੱਛ ਲੇਗਾ। ਮੰਨ ਲਓ ਇੱਥੇ ਹੈਗੀ ਹੈ ਤੁਹਾਡੀ 20 ਵੋਲਟ, ਠੀਕ ਹੈ ਜੀ, 20 ਰਹਿਣ ਦਿਓ। ਇੱਥੇ ਹੈਗੀ ਤੁਹਾਡੀ 6, ਇੱਥੇ ਹੈਗਾ 6 ਓਮ, ਇੱਥੇ ਹੈਗਾ 3 ਓਮ। ਅਤੇ ਇੱਥੇ ਜਿਹੜੀ ਵੋਲਟੇਜ ਹੈਗੀ ਸਾਡੀ, ਇਹ ਹੈਗੀ ਸਾਡੀ 12 ਵੋਲਟ। ਉਹ ਪੁੱਛ ਰਿਹਾ ਹੈਗਾ ਵੀ ਇਸ ਪੂਰੇ ਸਰਕਟ ਦੇ ਵਿੱਚੋਂ ਕਰੰਟ ਕਿੰਨਾ ਹੋਵੇਗਾ, ਟੋਟਲ ਕਰੰਟ ਕਿੰਨਾ ਹੋਵੇਗਾ। ਤਾਂ ਕਰੰਟ ਕੱਢਣ ਵਾਸਤੇ ਸਾਨੂੰ ਚਾਹੀਦੀ ਹੁੰਦੀ ਆ ਟੋਟਲ ਵੋਲਟੇਜ, ਜਿੰਨੀ ਸਾਰੀ ਵੋਲਟੇਜ ਆ ਸਰਕਟ ਦੇ ਵਿੱਚ, ਅਤੇ ਟੋਟਲ ਰਜਿਸਟੈਂਸ ਜਿੰਨੇ ਸਾਰੇ ਸਰਕਟ ਦੇ ਵਿੱਚ ਰਜਿਸਟੈਂਸ ਆ। ਇਸ ਪੂਰੇ ਸਰਕਟ ਦੇ ਵਿੱਚ ਵੋਲਟੇਜ ਕਿੰਨੀ ਹੈਗੀ? 12 ਗੀ। ਤਾਂ ਉੱਪਰਲੇ ਪਾਸੇ ਤਾਂ 12 ਲਿਖਿਆ ਜਾਊਗਾ, ਇਹ ਤਾਂ ਗੱਲ ਠੀਕ ਹੈ। ਪਰ ਰਜਿਸਟੈਂਸ ਆ ਜਿਹੜੀ ਸਾਡੀ, ਰਜਿਸਟੈਂਸ ਪੈਰਲਲ ਦੇ ਵਿੱਚ ਅਸੀਂ ਜੋੜ ਨਹੀਂ ਕਰਨਾ। ਹੁਣ ਆਹ ਤਾਂ ਸੀਰੀਜ਼ 'ਚ ਕਰਦੇ ਹੁੰਦੇ ਸੀ ਕਿ ਇਹਦੇ ਵਿੱਚ ਅਸੀਂ ਜੋੜ ਨਹੀਂ ਕਰਨਾ। ਇਹਦੇ ਵਾਸਤੇ ਟੋਟਲ ਰਜਿਸਟੈਂਸ ਦਾ ਕੱਢਣ ਦਾ ਫਾਰਮੂਲਾ ਯਾਦ ਕਰਨਾ। ਉਹ ਕੀ ਹੁੰਦਾ ਹੈਗਾ ਵੀ ਜੇ ਤੁਹਾਡੇ ਕੋਲ ਇਹ ਦੋ ਰਜਿਸਟੈਂਸਾਂ ਵਾਸਤੇ ਆ ਬੱਚੇ, ਫਾਰਮੂਲਾ ਯਾਦ ਕਰਿਓ। ਇਹ ਸਿਰਫ 2 ਵਾਸਤੇ ਹੈਗਾ ਇਹ, ਅਤੇ ਤੁਹਾਨੂੰ 2 ਤੋਂ ਵੱਧ ਪੁੱਛਦਾ ਵੀ ਨਹੀਂ ਹੈਗਾ ਉਹ। ਤੁਸੀਂ 2 ਵਾਸਤੇ 3 ਵਾਲਾ ਕਰਾਊਂ, 4 ਵਾਲਾ ਕਰਾਊਂ, ਇਹ ਨਾ ਸੋਚੋ ਵੀ ਨਹੀਂ ਕਰਾਊਂਗਾ, ਹਰ ਕੁਛ ਕਰਾਊਂਗਾ। ਪਰ ਪਲੀਜ਼ ਬਸ ਥੋੜ੍ਹਾ ਨਾ ਮੇਰੇ 'ਤੇ ਭਰੋਸਾ ਰੱਖਿਓ ਵੀ ਜਿਵੇਂ ਮੈਂ ਚਲਾ ਰਿਹਾ ਉੱਦਾਂ ਚੱਲਿਓ, ਠੀਕ ਹੈ। ਚਲੋ ਮੈਂ ਕਹਿ ਰਿਹਾ ਵੀ ਤੁਹਾਨੂੰ ਉਹ 2 ਵਾਸਤੇ ਪੁੱਛੂਗਾ, ਤਾਂ ਫਿਲਹਾਲ 2 ਵਾਲਾ ਯਾਦ ਕਰੋ। ਇੱਕ ਵਾਰੀ 2 ਵਾਲਾ ਯਾਦ ਹੋਗਾ, ਜਦੋਂ ਤੀਜੇ 3 ਵਾਲਾ ਦੱਸੂਗਾ ਉਹ 3 ਵਾਲਾ ਯਾਦ ਕਰ ਲਿਓ। ਪਰ ਪਹਿਲਾਂ ਜੇ ਮੈਂ ਤੈਨੂੰ ਸਾਰੇ ਫਾਰਮੂਲੇ 5 ਫਾਰਮੂਲੇ ਦੇ ਵਿੱਚ ਚਲ ਜਾਤਾ, ਵੈਸੇ ਤਾਂ ਚੱਲ 5 ਹੈ ਨਹੀਂ ਇਹ, ਜੇ ਮੈਂ ਤੈਨੂੰ ਸਾਰਿਆਂ 'ਚ ਇੱਕੋ ਵਾਰੀ ਸਭ ਕੁਝ ਚਲ ਜਾਤਾ, ਫਿਰ ਇਹਦੇ ਵਿੱਚ ਦਿੱਕਤ ਹੋ ਜਾਂਦੀ ਹੁੰਦੀ ਹੈ। ਤਾਂ 2 ਦਾ ਫਾਰਮੂਲਾ ਕੀ ਹੈਗਾ? ਦੋਨਾਂ ਨੂੰ ਜਿਹੜੇ ਦੋਏ ਰਜਿਸਟੈਂਸ ਨੇਗੇ, ਮੰਨ ਲਓ ਇੱਕ ਦਾ ਨਾਂ R1 ਹੈ, ਇੱਕ ਦਾ ਨਾਂ R2 ਆ, ਦੋਨਾਂ ਨੂੰ ਪਹਿਲਾਂ ਕਰਨੀ ਹੈ ਗੁਣਾ, ਫਿਰ ਇੱਥੇ ਬਟੇ ਪਾ ਕੇ ਦੋਨਾਂ ਦਾ ਕਰਨਾ ਅਸੀਂ ਜੋੜ। ਜਦੋਂ ਇਹ ਕਰ ਲਿਆ ਸੀ, ਇੱਥੋਂ ਜਿਹੜਾ ਆਨਸਰ ਬਣ ਗਿਆ ਸਾਡਾ ਉਹ ਆਨਸਰ ਆਏਗਾ, ਉਹ RT ਆਏਗਾ। ਜਿਵੇਂ ਕਿ ਇੱਥੇ ਸਾਡੇ ਕੋਲ 2 ਰਜਿਸਟੈਂਸਾਂ ਨੇਗੀਆਂ, ਅਸੀਂ ਪਹਿਲਾਂ ਕੱਢਣੀ ਹੈ ਟੋਟਲ ਰਜਿਸਟੈਂਸ। ਪੈਰਲਲ ਦੇ ਵਿੱਚ ਟੋਟਲ ਰਜਿਸਟੈਂਸ ਕੀ ਆਏਗੀ? ਉਹਨਾਂ ਦੋਨਾਂ ਨੂੰ ਜਿਹੜੇ 2 ਦਿੱਤੇ ਹੋਏ ਆ ਤੁਹਾਨੂੰ, ਇਹਨਾਂ ਦੋਨਾਂ ਦੀ ਗੁਣਾ ਕਰੋ। 6 ਗੁਣਾ 3 ਕਿੰਨੀ ਹੁੰਦੀ ਹੈ? 18 ਹੁੰਦੀ ਹੈ ਨਾ। ਕੋਈ ਨਾ ਦੇਖਦੇ ਹਾਂ, ਹੇਠਲੇ ਪਾਸੇ ਇਹਨਾਂ ਦਾ ਜੋੜ ਕਰੋ। 6 + 3, ਉੱਪਰਲੇ ਪਾਸੇ ਆ ਗਿਆ 18, ਹੇਠਲੇ ਪਾਸੇ ਆ ਗਿਆ 9। ਆਹ ਵੰਡ ਦੇ ਵਿੱਚ ਆ ਗਏ ਨਾ,
ਵੰਡ 'ਚ ਕੱਟੇ ਜਾ ਸਕਦੇ ਆ, ਕਿੰਨਾ ਆ ਗਿਆ ਜੀ 2 ਓਮ। ਇਹਦਾ ਮਤਲਬ ਕੀ ਹੈਗਾ ਵੀ ਸਾਡੇ ਕੋਲ ਟੋਟਲ ਰੈਜ਼ਿਸਟੈਂਸ 2 ਓਮ ਆ ਗਈ। ਹੁਣ ਸਾਡੇ ਕੋਲ ਟੋਟਲ ਕਰੰਟ ਜੇ ਅਸੀਂ ਕੱਢਣਾ ਗਾ ਉਹ ਹੁੰਦਾ ਟੋਟਲ ਵੋਲਟੇਜ ਬਟੇ ਟੋਟਲ ਰੈਜ਼ਿਸਟੈਂਸ। ਟੋਟਲ ਵੋਲਟੇਜ ਹੈਗੀ ਆ 12, ਟੋਟਲ ਰੈਜ਼ਿਸਟੈਂਸ ਸਾਡੀ ਕਿੰਨੀ ਹੈਗੀ 2, ਤਾਂ ਕਿੰਨਾ ਕਰੰਟ ਕਿੰਨਾ ਆ ਗਿਆ ਬੱਚੇ 6 ਐਂਪੀਅਰ ਆ ਗਿਆ ਇੱਥੇ। ਤਾਂ ਇੱਥੋਂ ਜਿਹੜਾ ਕਰੰਟ ਚੱਲਿਆ ਗਾ ਉਹ 6 ਐਂਪੀਅਰ ਚੱਲਿਆ ਜੀ। ਆਹ ਵੋਲਟੇਜ ਸੋਰਸ ਨੇ ਉੱਪਰਲੇ ਪਾਸੇ ਨੂੰ 6 ਭੇਜਿਆ। ਹੁਣ ਇੱਕ ਚੀਜ਼ ਹੋਰ ਨੋਟ ਕਰੋ ਇੱਥੇ ਵੀ ਆਹ ਜਿਹੜੇ ਦੋ ਟਰਮੀਨਲ ਨੇਗੇ, ਆਹ ਜਿੱਥੇ ਆਹ ਰੈਜ਼ਿਸਟੈਂਸ ਜਿੱਥੇ ਜੁੜੀ ਹੋਈ ਆ ਮਰੋੜੀ ਮਾਰੀ ਹੋਈ ਆ ਉਹਨੂੰ ਆਹ ਸਿੱਧੀ ਪੋਜ਼ਿਟਿਵ ਮਿਲੀ ਹੋਈ ਆ ਨਾ, ਤੇ ਜਿਹੜੀ ਆਹ ਇਹਨੂੰ ਵੀ ਸਿੱਧੀ ਪੋਜ਼ਿਟਿਵ ਮਿਲੀ ਹੋਈ ਆ। ਤਾਂ ਜੇ ਮੈਂ ਤੁਹਾਨੂੰ ਪੁੱਛਾਂ ਬੱਚੇ ਜੇ ਪੈਰਲਲ ਦੇ ਵਿੱਚ ਨੇ ਇਹ, ਤਾਂ ਇਹ 6 ਓਮ ਦੇ ਕ੍ਰਾਸ ਇੱਥੇ 6 ਓਮ ਦੇ ਕ੍ਰਾਸ ਇੱਥੇ ਆਹ ਦੋ ਟਰਮੀਨਲਾਂ ਦੇ ਉੱਪਰ ਇੱਥੇ ਵੋਲਟੇਜ ਕਿੰਨੀ ਹੋਵੇਗੀ, ਆਹੀ ਹੋਵੇਗੀ ਨਾ ਜਿਹੜੀ ਆਹ ਦਿੱਤੀ ਹੋਈ ਆ। ਤਾਂ 6 ਦੇ ਕ੍ਰਾਸ 6 ਦੇ ਅੰਦਰ ਕਰੰਟ ਪਤਾ ਕਰਨ ਵਾਸਤੇ ਸਾਨੂੰ ਕਰੰਟ ਪਤਾ ਕਰਨ ਵਾਸਤੇ ਕਰਨਾ ਪਊ ਵੀ ਜਿਹੜੀ ਵੋਲਟੇਜ ਆ ਉੱਥੇ ਤੇ ਜਿਹੜੀ ਰੈਜ਼ਿਸਟੈਂਸ ਆ, ਜਿਹੜੀ ਵੋਲਟੇਜ ਮਤਲਬ ਕਿਹੜੀ ਹੈਗੀ 12 ਗੀ, ਤੇ ਰੈਜ਼ਿਸਟੈਂਸ ਕਿੰਨੀ ਹੈਗੀ 6 ਹੈਗੀ। ਇਹਨੂੰ ਆਪਾਂ ਕੱਟਾਂਗੇ ਕਿੰਨਾ ਆ ਜਾਊਗਾ 2 ਐਂਪੀਅਰ ਕਰੰਟ ਆ ਜਾਊਗਾ। ਇਹਦਾ ਮਤਲਬ ਜਿਹੜਾ ਇੱਥੇ ਕਰੰਟ ਫਲੋ ਹੋ ਰਿਹਾ ਹੈਗਾ ਸਾਡਾ ਇਸ ਦੇ ਵਿੱਚ ਉਹ ਕਿੰਨਾ ਹੋ ਰਿਹਾ ਜੀ 2 ਐਂਪੀਅਰ ਫਲੋ ਹੋ ਰਿਹਾ। ਕਿਉਂ? ਕਿਉਂਕਿ ਆਹ ਦੋ ਸਿਰਿਆਂ ਦੇ ਉੱਪਰ ਜਿਹੜੀ ਵੋਲਟੇਜ ਸੀ ਉਹ ਉਹੀ ਸੀਗੀ ਜਿਹੜੀ ਅਸੀਂ ਆਹ ਦਿੱਤੀ ਹੋਈ ਸੀਗੀ। ਆਲੇ ਦੁਆਲੇ ਜਿਹੜਾ ਹੌਸ਼ ਪੌਸ਼ ਹੋਇਆ ਪਿਆ ਇਹਨੂੰ ਆਪਾਂ ਮਟੇ ਦਿੰਦੇ ਹੈਗੇ। ਇੱਥੇ ਸਾਡੇ ਕੋਲ ਕਿੰਨੀ ਹੈਗੀ 12 ਵੋਲਟ ਆ ਨਾ, ਠੀਕ ਹੈ। ਤਾਂ ਇੱਥੇ ਸਾਡੇ ਕੋਲ 2 ਆ ਗਿਆ। ਹੁਣ ਅਸੀਂ ਆਹ ਜਿਹੜੇ ਆਹ ਦੋ ਸਿਰੇ ਨੇ ਇੱਥੇ ਵੀ ਤਾਂ 12 ਵੋਲਟ ਆ, ਤਿੰਨ ਦੇ ਜਿਹੜੇ ਤਿੰਨ ਵਾਸਤੇ ਤਿੰਨ ਵੀ ਤਾਂ ਸਿੱਧਾ 12 ਨਾਲ ਜੁੜਿਆ ਹੋਇਆ ਨਾ, ਇਹਦੇ ਵੀ ਤਾਂ ਲਿੰਕ ਹੈਗੇ 12 ਨਾਲ। ਤੇ ਜੇ ਆਪਾਂ ਇੱਥੇ ਕਰੰਟ ਕੱਢਣ ਦੀ ਕੋਸ਼ਿਸ਼ ਕਰੀਏ ਵੀ ਇੱਥੇ ਕਰੰਟ ਕਿੰਨਾ, ਤਾਂ ਕਰੰਟ ਹੁੰਦਾ ਵੀ ਇਸ ਰਜਿਸਟੈਂਸ ਦੇ ਕ੍ਰਾਸ ਵੋਲਟੇਜ ਜਿਹੜੀ ਹੈਗੀ 12 ਗੀ, ਆਪ ਕਿੰਨੇ ਦਾ 3 ਦਾ ਹੈਗਾ, ਤਾਂ ਕਿੰਨਾ ਆ ਗਿਆ 4 ਆ ਗਿਆ। ਤਾਂ ਇੱਥੇ ਕਿੰਨਾ ਆ ਗਿਆ 4 ਆ ਗਿਆ। ਇੱਥੋਂ ਸਭ ਤੋਂ ਵੱਡੀ ਗੱਲ ਤਾਂ ਦੇਖਣ ਵਾਲੀ ਇਹ ਹੈਗੀ ਬੱਚੇ ਵੀ ਜਿਹੜਾ ਇਹ ਵੰਡਿਆ ਗਿਆ ਹੈਗਾ ਇੱਧਰ 4 ਗਿਆ ਹੈਗਾ ਇੱਥੇ 2 ਗਿਆ, ਇਹ ਕਿੱਥੋਂ ਆਇਆ? ਇੱਥੋਂ ਆਇਆ ਨਾ, ਇੱਥੋਂ ਆਇਆ ਨਾ। ਤਾਂ ਇੱਥੋਂ ਜੇ ਇੱਥੇ 4 ਗਿਆ ਹੈਗਾ ਇੱਥੇ 2 ਗਿਆ ਹੈਗਾ, ਮੰਨ ਲਓ ਤੁਸੀਂ ਬਾਜ਼ਾਰ 'ਚ ਗਏ ਸੀ 10 ਰੁਪਏ ਤੇ 5 ਰੁਪਏ ਖਰਚ ਕੇ ਆਏ ਹੋ, ਤਾਂ ਕੁੱਲ ਤੁਹਾਡੀ ਜੇਬ 'ਚ ਪਹਿਲਾਂ ਕਿੰਨੇ ਰੁਪਏ ਸੀਗੇ ਜਿਹੜੇ ਖਰਚੇ ਆ ਤੁਸੀਂ 15 ਸੀਗੇ ਨਾ। ਤਾਂ ਉਹੀ ਗੱਲ ਆ ਜਿਹੜਾ ਜੇ ਇੱਥੇ 2 ਗਿਆ ਹੈਗਾ ਜੇ ਇੱਥੇ 4 ਗਿਆ ਹੈਗਾ, ਇਹ ਆਇਆ ਕਿੱਥੋਂ ਹੋਊਗਾ? ਪਿੱਛੋਂ ਹੀ ਆਇਆ ਹੋਊਗਾ। ਤਾਂ ਕਿੰਨਾ ਆਇਆ ਹੋਊਗਾ 4 ਤੇ 2 6, 6 ਹੀ ਤਾਂ ਕੱਢਿਆ ਸੀਗਾ ਅਸੀਂ, 6 ਹੀ ਤਾਂ ਕੱਢਿਆ ਸੀਗਾ ਅਸੀਂ। ਟੋਟਲ ਰੈਜ਼ਿਸਟੈਂਸ 2 ਕੱਢ ਕੇ ਇੱਥੋਂ ਜਦੋਂ ਆਪਾਂ R1 R2 ਕੱਢਿਆ ਸੀਗਾ, R1 ਪਲੱਸ R2 R1 ਪਲੱਸ ਮਲਟੀਪਲਾਈ R2 ਹੇਠਾਂ ਪਲੱਸ ਉੱਪਰ ਮਲਟੀਪਲਾਈ। ਇਹ ਤੁਹਾਡੇ ਕੋਲ 2 ਆ ਗਿਆ ਸੀਗਾ, 12 ਨੂੰ 2 ਨਾਲ ਡਿਵਾਈਡ ਕੀਤਾ ਸਾਡੇ ਕੋਲ ਕਿੰਨਾ ਆ ਗਿਆ ਸੀਗਾ 6 ਐਂਪੀਅਰ ਆ ਗਿਆ ਸੀਗਾ। ਤਾਂ 6 ਹੀ ਤਾਂ ਹੈਗਾ ਸੀਗਾ। ਇੱਕ ਕੁਐਸਚਨ ਪੈਰਲਲ ਦਾ ਹੋਰ ਕਰਦੇ ਆਂਗੇ। ਇੱਥੇ ਸਾਡੇ ਕੋਲੇ ਇੱਕ ਵੋਲਟੇਜ ਸੋਰਸ ਦਿੱਤਾ ਹੋਇਆ ਗਾ, ਉਹਦੇ ਨਾਲ 2 ਰੈਜ਼ਿਸਟੈਂਸਿਸ ਲੱਗੀਆਂ ਹੋਈਆਂ ਨੇ, 2 ਪ੍ਰਤੀਰੋਧ ਲੱਗੇ ਹੋਏ ਨੇਗੇ ਸਾਡੇ। ਇਹ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ ਵੀ ਜੇ ਕਿਤੇ ਕਿਹਾ ਹੋਵੇ ਰੈਜ਼ਿਸਟੈਂਸਿਸ ਲੱਗੀਆਂ ਹੋਈਆਂ ਨੇਗੀਆਂ ਹੈ ਨਾ, ਉਹਦਾ ਮਤਲਬ ਕੀ ਹੁੰਦਾ ਵੀ 2 ਰੈਜ਼ਿਸਟੈਂਸ ਇਹ ਕਾਹਦੀਆਂ ਨੇਗੀਆਂ, ਕਿਸੇ ਨਾ ਕਿਸੇ ਬਿਜਲੀ ਯੰਤਰ ਦੀਆਂ ਅੰਦਰਲੀ ਜਿਹੜੀ ਵਾਇੰਡਿੰਗ ਆ ਉਹਦੀਆਂ ਰੈਜ਼ਿਸਟੈਂਸ ਹੋਣਗੀਆਂ, ਪੱਕੀ ਗੱਲ ਹੈਗੀ। ਉੱਦਾਂ ਤਾਂ ਆਪਾਂ ਰੈਜ਼ਿਸਟੈਂਸ ਲਗਾ ਕੇ ਕੀ ਕਰਨਾ, ਆਪਾਂ ਨੂੰ ਇਹਨਾਂ ਆਪਣਾ ਕੀ ਹੈ ਨਾ ਦਿਮਾਗ ਖਰਾਬ ਹੋਇਆ ਵੀ ਆਪਾਂ ਇੱਕ ਪਲੱਗ ਦੇ ਵਿੱਚ ਰੈਜ਼ਿਸਟੈਂਸ ਲਗਾ ਕੇ ਛੱਡ ਦਾਂਗੇ ਤਾਂ ਕਿ ਉਹਦੇ ਵਿੱਚ ਦੀ ਕਰੰਟ ਲੰਘੀ ਜਾਵੇ। ਜਦ ਤੱਕ ਸਾਨੂੰ ਕੋਈ ਕੰਮ ਨਹੀਂ ਉੱਥੇ ਕਰਨ ਨੂੰ ਮਿਲਦਾ ਹੈਗਾ ਉਦੋਂ ਤੱਕ ਅਸੀਂ ਕੋਈ ਜਿਹੜਾ ਯੰਤਰ ਹੈਗਾ ਉਦੋਂ ਤੱਕ ਨਹੀਂ ਜੋੜਾਂਗੇ ਨਾ। ਅਸੀਂ ਕੋਈ ਉਹੀ ਯੰਤਰ ਜੋੜਾਂਗੇ ਨਾ ਜਿਹਦੇ ਵਿੱਚ ਦੀ ਕਰੰਟ ਲੰਘ ਕੇ ਕੋਈ ਨਾ ਕੋਈ ਸਾਨੂੰ ਕੰਮ ਕਰਕੇ ਦੇਵੇ ਜਿਹੜਾ ਯੰਤਰ। ਇੱਥੇ ਸਾਡੇ ਕੋਲੇ 2 ਰੈਜ਼ਿਸਟੈਂਸਾਂ ਨੇਗੇ ਤੇ ਸਾਨੂੰ ਟੋਟਲ ਕਰੰਟ ਪੁੱਛਿਆ ਗਿਆ ਵੀ ਇੱਥੇ ਟੋਟਲ ਕਰੰਟ ਕਿੰਨਾ ਹੋਏਗਾ। ਹਮੇਸ਼ਾ ਪੋਜ਼ਿਟਿਵ 'ਚ ਕਰੰਟ ਨਿਕਲਦਾ ਹੁੰਦਾ ਨਾ, ਕਿੰਨਾ ਕਰੰਟ ਦੇਵੇਗਾ ਇਹ। ਕੋਈ ਵੀ ਜਿਹੜਾ ਵੋਲਟੇਜ ਸੋਰਸ ਹੁੰਦਾ ਗਾ, ਇਹ ਵੋਲਟੇਜ ਸੋਰਸ ਜਿਹੜਾ ਬੈਟਰੀ ਹੈ ਜਿਹੜੀ ਸਾਡੀ, ਇਹਦੀ ਕੋਈ ਮਰਜ਼ੀ ਨਹੀਂ ਚੱਲਦੀ ਹੁੰਦੀ ਹੈਗੀ ਕਰੰਟ ਦੇ ਸਿਲਸਿਲੇ 'ਚ। ਵੋਲਟ ਇਹ ਜਿਹੜਾ 30 ਵੋਲਟ ਦਾ ਬੈਟਰੀ ਸੋਰਸ ਲਗਾਇਆ ਨਾ, ਇਹਦੀ ਆਪਣੀ ਕੋਈ ਮਰਜ਼ੀ ਨਹੀਂ ਹੁੰਦੀ ਹੈਗੀ। ਇਹਦੀ ਮਰਜ਼ੀ ਜਿਵੇਂ ਕਈ ਬੰਦੇ ਬੜੇ ਸਿਆਣੇ ਹੁੰਦੇ ਹੈਗੇ ਹੈ ਨਾ, ਉਹ ਪੰਜਾਬੀ 'ਚ ਕਹਾਵਤ ਬਣੀ ਹੈਗੀ ਵੀ ਜਿਹਾ ਜਿਹਾ ਮੂੰਹ ਉਹੀ ਜਿਹੀ ਚਪੇੜ। ਵੀ ਜਿਹੜੇ ਤਾਂ ਸਿਆਣੇ ਉਹਨਾਂ ਨਾਲ ਤਾਂ ਬਹੁਤ ਸਿਆਣਪ ਨਾਲ ਵਰਤਦੇ ਨੇਗੇ, ਜਿਹੜੇ ਮਾੜੇ ਆ ਉਹਨਾਂ ਨਾਲ ਬਹੁਤ ਮਾੜੇ ਤਰੀਕੇ ਨਾਲ ਵਰਤਦੇ ਹੈਗੇ। ਕੋਈ ਜਿੰਨਾ ਕੁ ਤੁਹਾਡਾ ਕਰ ਲਊਗਾ ਓਨਾ ਕਿ ਤੁਸੀਂ ਉਹਨਾਂ ਦਾ ਕਰ ਲਓਗੇ। ਇਹੀ ਆ ਨਾ ਸਮਾਜ ਦੇ ਵਿੱਚ ਵਿਚਰਨ ਦੇ ਤਰੀਕੇ ਹੈ ਨਾ। ਟਿਕਟੋਕ 'ਤੇ ਵੀਡੀਓ ਨਹੀਂ ਬਣਦੀਆਂ ਰੋਜ਼, ਉਸਤਾਦ ਕੋਈ ਜਿੰਨਾ ਕਰਦਾ ਓਨਾ ਕੁ ਕਰ ਲਈਦਾ ਹੈ ਨਾ, ਉਹ ਚੀਜ਼ ਆ ਬੱਚੇ। ਅਸੀਂ ਤਾਂ ਉਹ ਚੀਜ਼ਾਂ ਹੁਣ ਸਿੱਖੀਆਂ ਨੇਗੀਆਂ, ਪਰ ਜਿਹੜੇ ਸਾਡੇ ਇਹ ਯੰਤਰ ਨੇਗੇ ਇਹ ਬਹੁਤ ਸਿਆਣੇ ਨੇ, ਇਹਨਾਂ ਨੇ ਪਹਿਲਾਂ ਤੋਂ ਬਹੁਤ ਸਿੱਖੀਆਂ ਹੋਈਆਂ ਨੇਗੀਆਂ। ਇਹ ਜਿਹੜਾ ਕੋਈ ਬਹੁਤਾ ਆਕੜ ਦਿਖਾਉਂਦਾ ਗਾ, ਜਿਹੜਾ ਰੈਜ਼ਿਸਟੈਂਸ ਕੋਈ ਬਹੁਤੀ ਪ੍ਰਤੀਰੋਧ ਦਿੰਦਾ ਗਾ, ਉਹਨੂੰ ਤਾਂ ਇਹ ਕਰੰਟ ਦਿੰਦਾ ਹੀ ਨਹੀਂ ਹੈਗਾ, ਉਹਨੂੰ ਘੱਟ ਕਰੰਟ ਦਿੰਦਾ। ਅਤੇ ਜਿਹੜਾ ਕੋਈ ਨਿਮਾਣਾ ਹੁੰਦਾ ਗਾ ਜਿਹਦੇ ਅੰਦਰਲੇ ਪਾਸੇ ਘਮੰਡ ਦੀ ਵੈਲਿਊ ਘੱਟ ਹੁੰਦੀ ਹੈਗੀ, ਰੈਜ਼ਿਸਟੈਂਸ ਘੱਟ ਹੁੰਦੀ ਹੈ 2 ਓਮ 1 ਓਮ ਬਹੁਤ ਘੱਟ ਹੋਏਗੀ, ਉਹਦੇ ਵਿੱਚ ਇਹ ਕਰੰਟ ਭਰ ਕੇ ਝੋਲੀਆਂ ਭਰ ਕੇ ਦਿੰਦਾ ਉਹਨੂੰ ਕਰੰਟ ਇਹ। ਆਹ ਦੇਖੋ ਹੁਣੇ ਆਪਾਂ ਦੇਖ ਕੇ ਤਾਂ ਹਟਿਆਂਗੇ, ਆਹ ਦੇਖੋ
ਇਹ 'ਚ ਘਮੰਡ ਸੀਗਾ 6 ਓਮ ਦਾ, ਇੰਨੀ ਪ੍ਰਤੀਰੋਧ ਆਕੜ ਸੀਗੀ 6 ਦੀ। ਇਹਨੂੰ ਤਾਂ ਸਿਰਫ 2 ਕੰਪੇਅਰ ਦਿੱਤਾ ਇਹਨੇ ਕਰੰਟ। ਇਹ 12 ਵੋਲਟ ਤਾਂ ਉਹੀ ਹੈ ਨਾ, ਦੇਣ ਵਾਲਾ ਤਾਂ ਇੱਕੋ ਹੀ ਹੈ ਨਾ, ਦਾਤਾ ਤਾਂ ਇੱਕੋ ਹੀ ਹੈ ਨਾ। ਤੇ ਜਿਹਦੇ ਅੰਦਰਲੇ ਪਾਸੇ ਆਕੜ ਠੀਕ ਸੀਗੀ 3 ਇਹਦੇ ਨੂੰ ਅੱਧੀ ਆਕੜ ਸੀਗੀ ਹੈ ਨਾ, ਮਾੜਾ ਮੋਟਾ ਚੱਜ ਦਾ ਬੰਦਾ ਸੀਗਾ ਇਹ, ਉਹਨੂੰ ਦੁੱਗਣਾ ਦਿੱਤਾ। ਤੇ ਜੇ ਕੋਈ ਇੱਥੇ ਰਜਿਸਟੈਂਸ ਹੋਰ ਲੱਗੀ ਹੁੰਦੀ, ਦੇਖਿਓ ਬੱਚੇ, ਜੇ ਕੋਈ 12 ਓਮ ਦੇ ਰਜਿਸਟੈਂਸ, ਜੇ ਕੋਈ ਇਹੋ ਜਿਹਾ ਬੰਦਾ ਹੋਵੇ, ਆ ਦੇਣ ਵਾਲਾ ਤਾਂ ਉਹੀ ਆ, ਦੇਣ ਵਾਲਾ ਤਾਂ ਉਹੀ ਆ, ਝੋਲੀਆਂ ਭਰਨ ਵਾਲਾ ਤਾਂ 12 ਵੋਲਟ ਹੈ। ਜੇ ਮੰਨ ਲਓ ਕੋਈ ਇਹੋ ਜਿਹਾ ਬੰਦਾ ਇੱਥੇ ਹੋਵੇ, ਕੋਈ ਇਹੋ ਜਿਹੇ ਯੰਤਰ ਇੱਥੇ ਹੋਵੇ, ਜਿਹੜੇ ਯੰਤਰ ਦੀ ਆਪਦੀ ਜਿਹੜੀ ਘਮੰਡ ਆ ਗਈ, ਜਿਹੜਾ ਆਪਦਾ ਰਜਿਸਟੈਂਸ ਆ ਉਹ ਸਿਰਫ ਇੱਕੋ ਹੀ ਹੈਗਾ, ਤਾਂ ਉੱਥੇ ਇਹ ਕਿੰਨਾ ਕਰੰਟ ਦੇਊਗਾ? 12 ਨੂੰ ਡਿਵਾਈਡ ਕਰ ਲਓ 1 ਦੇ ਨਾਲ, ਉੱਥੇ 12 ਐਂਪੀਅਰ ਕਰੰਟ ਦੇ ਦੂਗਾ ਇਹ। ਤਾਂ ਆਪਾਂ ਗੱਲ ਕੀ ਕਰ ਰਹੇ ਹਾਂ ਵੀ ਵੋਲਟੇਜ ਸੋਰਸ ਦੀ ਆਪਦੀ ਕੋਈ ਮਰਜ਼ੀ ਨਹੀਂ ਹੁੰਦੀ ਵੀ ਉਹ ਕਰੰਟ ਕਿੰਨਾ ਦੇਊਗਾ। ਉਹ ਮਰਜ਼ੀ ਕਿਹਦੀ ਹੁੰਦੀ ਹੈਗੀ ਵੀ ਸਾਹਮਣੇ ਵਾਲਾ ਕਰੰਟ ਕਿੰਨਾ ਕੁ ਲੈਂਦਾ। ਤੁਹਾਡੇ ਜੇਬ ਦੇ ਵਿੱਚ ਪੈਸੇ ਕਿੰਨੇ ਨੇਗੇ ਇਹ 'ਤੇ ਡਿਪੈਂਡ ਘੱਟ ਕਰਦਾ ਦਾਨ ਮੰਗਣ ਵਾਲਾ। ਕਈ ਵਾਰੀ ਪਰਚੀਆਂ ਕੱਟਣ ਵਾਲੇ ਟੂਰਨਾਮੈਂਟ ਦੀਆਂ 1000 ਦੀਆਂ ਕੱਟ ਕੇ ਵੀ ਲੈ ਜਾਂਦੇ ਹੈਗੇ ਹੈ ਨਾ, ਤੇ ਜਿਹੜੇ ਦੂਜੇ ਆਉਂਦੇ ਨੇਗੇ ਵਿਚਾਰਾ ਗਰੀਬ ਕਈ ਵਾਰੀ 5 ਰੁਪਈਆ ਵੀ ਨਹੀਂ ਕਢਾ ਸਕਦਾ ਤੁਹਾਡੀ ਜੇਬ 'ਚੋਂ। ਇਹ ਤਾਂ ਮੰਗਣ ਵਾਲੇ 'ਤੇ ਹੈਗਾ ਵੀ ਮੰਗਣ ਵਾਲਾ ਕਿਸ ਢੰਗ ਨਾਲ ਮੰਗ ਰਿਹਾ, ਉਹ ਤੁਹਾਨੂੰ ਕਿਸੇ ਹੋਰ ਤਰੀਕੇ ਨਾਲ ਜਲੀਲ ਕਰਦਾ ਹੈਗਾ, ਫਿਰ ਉਹ ਕਢਾ ਲੈਂਦਾ ਪੈਸੇ। ਚਲੋ ਐਨੀ ਹਾਓ ਛੱਡੋ, ਇੱਥੇ ਪਹੁੰਚ ਦਿਆਂਗੇ ਆਪਾਂ ਵੀ ਸਾਡੇ ਕੋਲੇ ਪੁੱਛ ਰਿਹਾ ਵੀ ਟੋਟਲ ਕਰੰਟ ਕਿੰਨਾ ਗਾ। ਟੋਟਲ ਕਰੰਟ ਕੱਢਣ ਵਾਸਤੇ ਸਾਨੂੰ ਚਾਹੀਦੀ ਆ ਟੋਟਲ ਰੈਜ਼ਿਸਟੈਂਸ, ਤੇ ਟੋਟਲ ਰੈਜ਼ਿਸਟੈਂਸ ਹੁੰਦੀ ਕੀ ਹੈਗੀ? ਦੋਨਾਂ ਨੂੰ ਗੁਣਾ ਕਰੋ ਜੀ, ਦੋਨਾਂ ਦਾ ਜੋੜ ਕਰੋ ਜੀ, ਦੋਨਾਂ ਦੀ ਗੁਣਾ ਕਰੋ ਜੀ ਤੇ ਦੋਨਾਂ ਦਾ ਜੋੜ ਕਰੋ ਹੇਠਾਂ। ਦੋਨਾਂ ਦੀ ਗੁਣਾ ਮਤਲਬ 6 ਗੁਣਾ 6 36, ਦੋਨਾਂ ਦਾ ਜੋੜ ਮਤਲਬ 6 + 6 36 ਬਟਾ 12। 36 ਬਟਾ 12 ਤੀਆ 36 ਹੁੰਦਾ, ਤੇ ਤਾਂ ਯਾਰ ਆਨਸਰ ਆ ਗਿਆ ਜੀ ਉਹ 3 ਓਹਮ ਆ ਗਿਆ। ਤੁਹਾਨੂੰ ਪਤਾ ਇਸ ਸਰਕਟ ਨੂੰ ਅਸੀਂ ਛੋਟਾ ਕਰਕੇ ਵੀ ਬਣਾ ਸਕਦੇ ਹਾਂ। ਹੁਣ ਅਸੀਂ ਇੱਦਾਂ ਬਣਾ ਸਕਦੇ ਹਾਂ ਵੀ ਇੱਕ ਰਜਿਸਟੈਂਸ ਲੱਗੀ ਹੋਈ ਹੈਗੀ 3 ਓਹਮ ਦੀ, ਤੇ ਸਾਡੇ ਕੋਲੇ ਇੱਥੇ 30 ਵੋਲਟ ਦਾ ਇੱਕ ਸੋਰਸ ਲੱਗਿਆ ਹੋਇਆ। ਤਾਂ ਇਸ ਸਰਕਟ ਦੇ ਵਿੱਚ ਕਰੰਟ ਜਿਹੜਾ ਜਾਊਗਾ ਉਹ ਕਿੰਨਾ ਜਾਊਗਾ? 30 ਡਿਵਾਈਡ ਬਾਏ 3। ਕਿੰਨਾ ਕਰੰਟ ਜਾ ਰਿਹਾ ਜੀ? 10 ਐਂਪੀਅਰ ਕਰੰਟ ਜਾ ਰਿਹਾ ਹੈਗਾ। ਇੱਥੇ ਵੀ ਤਾਂ ਸੇਮ ਹੀ ਹੈਗਾ, 3 ਤੇ 6 ਤੇ 6 ਨੂੰ ਆਪਾਂ ਕਰਕੇ 3 ਆਏਗਾ ਸਾਡਾ, ਤਾਂ 30 ਨੂੰ ਆਪਾਂ ਇੱਥੇ ਵੀ ਤਾਂ 30 ਨੂੰ 3 ਨਾਲ ਹੀ ਡਿਵਾਈਡ ਕਰਾਂਗੇ ਨਾ, ਸਾਡੇ ਕੋਲ ਕਿੰਨਾ ਕਰੰਟ ਆ ਗਿਆ? 10 ਐਂਪੀਅਰ ਆ ਗਿਆ। ਤਾਂ ਇੱਥੇ ਸਾਡੇ ਕੋਲੇ ਮੁੱਕਦੀ ਗੱਲ ਕੀ ਆ ਵੀ ਇੱਥੇ ਸਾਡੇ ਕੋਲੇ ਕਰੰਟ ਕਿੰਨਾ ਆਇਆ? 10 ਐਂਪੀਅਰ ਆਇਆ। ਹੁਣ ਇਹ ਕੁਛ ਕਰੰਟ ਇੱਧਰ ਨੂੰ ਜਾਏਗਾ, ਕੁਛ ਕਰੰਟ ਇੱਧਰ ਨੂੰ ਜਾਏਗਾ। ਹੁਣ ਪ੍ਰਤੀਰੋਧ ਕਿਹਦਾ ਵੱਧਦਾ? ਇਹਦਾ ਕਿ ਇਹਦਾ? ਦੋਨਾਂ ਦਾ ਸੇਮ ਆ, ਤਾਂ ਸੇਮ ਹੈਗਾ ਤਾਂ ਅੱਧ ਕਰੰਟ ਜਾਏਗਾ। 5 ਐਂਪੀਅਰ ਇੱਧਰ ਚਲ ਜਾਏਗਾ ਤੇ 5 ਐਂਪੀਅਰ ਇੱਧਰ ਚਲਾ ਜਾਵੇਗਾ, ਤਾਂ ਦੋਨਾਂ ਦੇ ਵਿੱਚ ਦੀ 5 ਐਂਪੀਅਰ ਦੀ ਕਰੰਟ ਚਲਾ ਗਿਆ ਸਾਡਾ। ਇਹ ਪੈਰਲਲ ਸਰਕਟ ਨੇਗੀ। ਜੇ ਤੁਸੀਂ ਟੋਟਲ ਕਰੰਟ ਕੱਢ ਕੇ ਕਰੰਟ ਨੂੰ ਡਿਵਾਈਡ ਨਹੀਂ ਕਰਨਾ, ਵੰਡਣਾ ਨਹੀਂ ਹੈਗਾ, ਤੁਸੀਂ ਇਹ ਵੀ ਕੱਢ ਸਕਦੇ ਹੋਗੇ ਵੀ ਜਿਹੜੀ ਆਹ ਰਜਿਸਟੈਂਸ ਹੈਗੀ ਸਾਡੀ, ਆਹ ਰਜਿਸਟੈਂਸ ਹੈਗੀ, ਇਹਦਾ ਸਿਰਾ ਕਿਹਦੇ ਨਾਲ ਜੁੜਿਆ ਹੋਇਆ ਹੈਗਾ? 30 ਨਾਲ। ਇੱਧਰਲਾ ਸਿਰਾ ਵੀ ਇਹਦੇ ਨਾਲ ਜੁੜਿਆ ਹੋਇਆ, ਇਹਦਾ ਮਤਲਬ ਇਹ 6 ਓਮ ਦੇ ਕ੍ਰਾਸ ਵੋਲਟੇਜ ਕਿੰਨੀ ਹੈ? 30। 30 ਨੂੰ ਤੁਸੀਂ 6 ਨਾਲ ਡਿਵਾਈਡ ਕਰੋ ਜੀ, ਕਿਉਂਕਿ ਕਰੰਟ ਜਿਹੜਾ ਹੁੰਦਾ ਉਹ ਵੋਲਟੇਜ ਬਟੇ ਰਜਿਸਟੈਂਸ ਹੁੰਦੀ ਹੈ ਨਾ। ਤਾਂ ਇਹਦੇ ਕ੍ਰਾਸ ਆਹ 2 ਟਰਮੀਨਲ ਆ ਜਿਹੜੇ ਇੱਥੇ, ਇੱਕ ਆਹ ਤੇ ਇੱਕ ਆਹ, ਇੱਥੇ ਵੋਲਟੇਜ ਹੈ ਕਿੰਨੀ ਹੈ? ਦੇਖੋ ਇਹ ਸਿੱਧੇ ਇੱਥੇ ਜੁੜੇ ਹੋਏ ਨਾ, ਇੱਥੇ ਵਿਚਾਲੇ ਕੋਈ ਰਜਿਸਟੈਂਸ ਤਾਂ ਨਹੀਂ ਹੈਗੀ, ਨਹੀਂ ਹੈਗੀ, ਤਾਂ ਸਿੱਧੇ ਜੁੜੇ ਹੋਏ ਆ, ਤਾਰ ਨਾਲ ਜੁੜੇ ਹੋਏ ਆ, ਦੇਖੋ ਆਹ ਦੋਨੇ। ਤਾਂ ਇੱਥੇ ਸਾਡੇ ਕੋਲ ਕਿੰਨਾ ਆ ਗਿਆ? 5 ਐਂਪੀਅਰ ਤਾਂ ਆ ਰਿਹਾ ਹੈਗਾ, ਆਹ ਦੇਖੋ। ਤੇ ਇੱਥੇ ਵੀ ਤਾਂ ਸਾਡਾ ਸਿੱਧਾ ਹੀ ਜੁੜਿਆ ਹੋਇਆ ਇਹਦੇ ਨਾਲ, ਤਾਂ ਇਹਦੇ ਕ੍ਰਾਸ ਵੋਲਟੇਜ ਵੀ ਕਿੰਨੀ ਹੈ? 30 ਆ, ਤਾਂ 30 ਨੂੰ ਅਸੀਂ 6 ਨਾਲ ਕਰਾਂਗੇ, ਸਾਡਾ ਕਿੰਨਾ ਆ ਰਿਹਾ ਹੈਗਾ? 5 ਐਂਪੀਅਰ ਆ ਰਿਹਾ ਹੈਗਾ। ਓਕੇ ਜੀ। ਹੁਣ ਇੱਕ ਹੋਰ ਢੰਗ ਸਿੱਖਦੇ ਆਂਗੇ। ਕਈ ਵਾਰੀ ਪੁੱਛਣ ਵਾਲਾ ਸਾਨੂੰ ਥੋੜ੍ਹਾ ਸਾਡੇ ਨਾਲ ਧੱਕਾ ਕਰ ਜਾਂਦਾ ਹੈਗਾ। ਉਹ ਕੀ ਕਹਿ ਦਿੰਦਾ ਹੈਗਾ ਵੀ ਤੁਹਾਡੇ ਕੋਲੇ ਉੱਪਰ ਹੈਗਾ ਜੀ 6 ਓਮ ਦੀ ਰਜਿਸਟੈਂਸ ਹੈਗੀ, ਹੇਠਾਂ ਤੁਹਾਡੇ ਕੋਲੇ 3 ਓਮ ਦੀ ਰਜਿਸਟੈਂਸ ਹੈਗੀ, ਤੇ ਇੱਧਰੋਂ ਜਿਹੜਾ ਕਰੰਟ ਆ ਰਿਹਾ ਉਹ ਆ ਰਿਹਾ 12 ਐਂਪੀਅਰ। ਉਹ ਕਹਿੰਦਾ ਦੱਸੋ ਜੀ ਇੱਥੇ ਕਰੰਟ ਕਿੰਨਾ ਹੋਊਗਾ? ਇੱਥੇ ਕਰੰਟ ਕਿੰਨਾ ਹੋਊਗਾ? ਹੁਣ ਪਹਿਲਾਂ ਤਾਂ ਅਸੀਂ ਇਹ ਕਰ ਲੈਂਦੇ ਸੀ ਵੀ ਟੋਟਲ ਵੋਲਟੇਜ ਦੇਖ ਲੈਂਦੇ ਸੀ ਵੀ ਇਹਨਾਂ ਦੇ ਕ੍ਰਾਸ ਟੋਟਲ ਵੋਲਟੇਜ ਇੱਥੇ ਹੈ ਕਿੰਨੀ ਆ। ਵੋਲਟੇਜ ਨੂੰ ਰਜਿਸਟੈਂਸ ਦੇ ਨਾਲ ਵੰਡ ਕਰ ਲੈਂਦੇ ਸੀ, ਸਾਡਾ ਕਰੰਟ ਆ ਜਾਂਦਾ ਸੀਗਾ। ਪਰ ਇੱਥੇ ਤਾਂ ਵੋਲਟੇਜ ਦਿੱਤੀ ਹੋਣੀ ਹੋਈ ਹੈਗੀ, ਉੱਤੇ ਇੱਥੇ ਤਾਂ ਵੋਲਟੇਜ ਦਿੱਤੀ ਹੋਣੀ ਹੋਈ ਹੈਗੀ, ਤਾਂ ਇੱਥੇ ਸਾਨੂੰ ਕੀ ਕਰਨਾ ਪਏਗਾ? ਇੱਥੇ ਵੋਲਟੇਜ ਸਾਨੂੰ ਕੱਢਣੀ ਪਏਗੀ ਪਹਿਲਾਂ, ਫਿਰ ਕਿਤੇ ਗੱਲ ਬਣੂਗੀ। ਵੋਲਟੇਜ ਨੂੰ ਕਿਵੇਂ? ਅੱਛਾ, ਇੱਥੋਂ ਵੋਲਟੇਜ ਕਿੰਨੀ ਆਈ ਹੋਊਗੀ? ਇਸ ਸਵਾਲ ਨੂੰ ਕਰਨ ਦੇ 2 ਤਰੀਕੇ ਆ। ਜਾਂ ਤਾਂ ਪਹਿਲਾਂ ਵੋਲਟੇਜ ਕੱਢ ਲਓ। ਟੋਟਲ ਵੋਲਟੇਜ ਹੈ ਨਾ ਇਹ ਸਾਡੀ, ਟੋਟਲ ਵੋਲਟੇਜ ਹੁੰਦੀ ਕੀ ਹੈਗੀ? ਸਾਰਾ ਕਰੰਟ ਦਾ
ਤੇ ਪੂਰੀ ਰੈਜ਼ਿਸਟੈਂਸ ਇਹਨਾਂ ਦੋਨਾਂ ਦੀ ਗੁਣਾ। ਵੋਲਟੇਜ ਦਾ ਫਾਰਮੂਲਾ I ਗੁਣਾ R ਹੁੰਦਾ ਨਾ, ਮਤਲਬ ਸਾਰਾ ਕਰੰਟ ਤੇ ਸਾਰੇ ਜੇ ਆਪਾਂ ਰੈਜ਼ਿਸਟੈਂਸ ਨੂੰ ਆਪਸ ਦੇ ਵਿੱਚ ਗੁਣਾ ਕਰਾਂਗੇ ਤਾਂ ਕੀ ਆ ਜੂ, ਸਾਡੀ ਵੋਲਟੇਜ ਹੀ ਤਾਂ ਆ ਜੂਗੀ। ਤਾਂ ਕਰੰਟ ਨੂੰ ਕਰ ਲੈਂਦੇ ਜੇ ਆਪਾਂ ਰੈਜ਼ਿਸਟੈਂਸ ਦੇ ਨਾਲ ਗੁਣਾ, ਪਰ ਰੈਜ਼ਿਸਟੈਂਸ ਕਿਹੜੀ ਨਾਲ ਕਰੀਏ, ਇਹਦੇ ਨਾਲ ਕਿ ਇਹਦੇ ਨਾਲ, ਸਾਰੀ ਨਾਲ ਕਰਨਾ ਗਾ। ਤੇਰਾ ਮਤਲਬ ਇਹਨੂੰ ਆਪਾਂ ਸਾਰੀ ਬਣਾਉਣੀ ਪਊ। ਪਹਿਲਾਂ ਆਪਾਂ ਸੋਲਵ ਕਰਕੇ ਹਟਿਆਂਗੇ 6 3 6 + 3 2 ਆਉਂਦਾ ਹੁੰਦਾ, 6 ਦੀ 18 6 ਤੇ 3 9। ਤੇਰਾ ਮਤਲਬ ਸਾਰੀ ਰੈਜ਼ਿਸਟੈਂਸ ਸਾਡੀ ਕਿੰਨੀ ਆਈ ਹੈਗੀ ਜਿਹੜੀ ਇੱਥੇ, ਇਹਦੀ R ਦੀ ਵੈਲਿਊ ਸਾਡੀ 2। ਕਰੰਟ ਸਾਡਾ ਸਾਰਾ ਕਿੰਨਾ ਹੈਗਾ 12, 12 ਦੂਣੀ 24। ਇਹਦਾ ਮਤਲਬ ਇੱਥੇ ਵੋਲਟੇਜ ਕਿੰਨੇ ਦੀ ਆ, 24 ਵੋਲਟ ਦੀ ਵੋਲਟੇਜ ਸੋਰਸ ਹੈ ਇੱਥੇ। ਇਹਦਾ ਮਤਲਬ ਇਹ ਹੈਗਾ ਵੀ ਜਿਹੜਾ 24 ਵੋਲਟ ਇਹਦੇ ਨਾਲ ਵੀ ਜੁੜਿਆ ਹੋਇਆ, 24 ਨੂੰ 3 ਨਾਲ ਕਰਾਂਗੇ 8 ਦੀ ਹੈ 24, ਇੱਥੇ 8 ਐਂਪੀਅਰ ਕਰੰਟ ਆ ਰਿਹਾ ਹੈਗਾ। ਤੇ ਇੱਥੇ ਸਾਡੇ ਕੋਲੇ 24 ਨੂੰ ਇੱਥੇ ਜਦੋਂ ਆਪਾਂ 6 ਨਾਲ ਜੋੜਾਂਗੇ ਤਾਂ 6 ਚੌਕਾ 24 ਆ ਰਿਹਾ ਹੈਗਾ। ਇਹਦਾ ਮਤਲਬ ਇੱਥੇ 4 ਆਇਆ, ਇੱਥੇ 8 ਆਇਆ। 8 ਤੇ 4 ਨੂੰ ਆਪਾਂ ਜੋੜਾਂਗੇ, 8 ਤੇ 4 12 ਹੁੰਦੇ ਨੇ ਨਾ। ਆ ਦੇਖੋ ਜੀ, ਜੇ 12 ਹੀ ਤਾਂ ਹੈਗੇ ਨੇਗੇ, ਬਿਲਕੁਲ ਠੀਕ ਹੋ ਗਈ ਗੱਲ। ਇਹ 12 ਹੀ ਤਾਂ ਹੈਗੇ ਨੇਗੇ ਇਹ, ਠੀਕ ਹੈ ਜੀ। ਅੱਛਾ, ਇਹਨੂੰ ਕਰਨ ਦਾ ਇੱਕ ਹੋਰ ਤਰੀਕਾ, ਹੁਣ ਇੱਕ ਨਵਾਂ ਤਰੀਕਾ ਸਿੱਖਣਾ। ਉਸ ਤਰੀਕੇ ਦਾ ਨਾਮ ਹੈਗਾ ਕਰੰਟ ਵੰਡ ਨਿਯਮ। ਇੰਗਲਿਸ਼ 'ਚ ਵੀ ਮੈਂ ਨਾਲ ਹੀ ਲਿਖੂੰਗਾ, ਕਰੰਟ ਡਿਵੀਜ਼ਨ ਲਾ। ਵੀ ਕਰੰਟ ਕਿਵੇਂ ਵੰਡਿਆ ਜਾਂਦਾ ਹੁੰਦਾ, ਇਹਦਾ ਅਸੀਂ ਤਰੀਕਾ ਸਿੱਖਣਾ। ਪਹਿਲਾਂ ਮੈਂ ਤੁਹਾਨੂੰ ਨਾ ਇਹਦਾ ਫਾਰਮੂਲਾ ਬਣਾ ਕੇ ਦਿਖਾ ਦਿੰਦਾ ਗਾ, ਫਿਰ ਮੈਂ ਤੁਹਾਨੂੰ ਵੈਸੇ ਦਾ, ਚਲੋ ਪਹਿਲਾਂ ਤਾਂ ਇਹ ਸਿੱਧੇ ਸਿੱਖ ਲਓ। ਫਾਰਮੂਲੇ ਨੂੰ ਮਾਰੋ ਗੋਲੀ। ਇੱਥੇ ਸਾਡੇ ਕੋਲ ਹੈਗਾ 12 ਐਂਪੀਅਰ, ਰੈਜ਼ਿਸਟੈਂਸ ਕਿੰਨੀ ਸੀਗੀ ਸਾਡੇ ਉੱਪਰ 6 ਦੇ 3। ਲਓ ਇੱਥੇ ਹੈਗੀ 6 ਓਮ, ਇੱਥੇ ਹੈਗੀ 3 ਓਮ। ਮੰਨ ਲਓ ਅਸੀਂ ਇਹਦੇ ਵਿੱਚ ਕਰੰਟ ਕੱਢਣਾ ਗਾ ਉੱਪਰਲੀ ਦੇ ਵਿੱਚ, ਤਾਂ ਕਰੰਟ ਇਹਦੇ ਵਿੱਚ ਕੱਢਣ ਦਾ ਤਰੀਕਾ ਇਹ ਹੈਗਾ ਜੀ, ਸਭ ਤੋਂ ਪਹਿਲਾਂ ਤੁਸੀਂ ਨਾ ਬਰਾਬਰ ਪਾ ਲੈਣਾ ਗਾ। ਬਰਾਬਰ ਪਾ ਕੇ ਪਹਿਲਾਂ ਲਿਖਣਾ ਗਾ ਵੱਡਾ ਕਰੰਟ, ਜਿਹੜਾ ਟੋਟਲ ਕਰੰਟ ਆ, ਟੋਟਲ ਕਰੰਟ। ਫਿਰ ਪਾ ਦੇਣੀ ਹੈ ਗੁਣਾ। ਫਿਰ ਕੀ ਕਰਨਾ, ਜਿਹਦੇ ਵਿੱਚ ਕਰੰਟ ਕੱਢਣਾ, ਕਿਹਦੇ ਵਿੱਚ, ਇਹਦੇ ਵਿੱਚ ਕੱਢਣਾ ਨਾ, ਇੱਦੋਂ ਜਿਹੜੀ ਪੁੱਠੀ ਬ੍ਰਾਂਚ ਦੀ, ਇਹਦੇ ਸਾਹਮਣੇ ਵਾਲੀ ਜਿਹੜੀ ਬ੍ਰਾਂਚ ਆ ਗਈ ਉਹਦੀ ਰੈਜ਼ਿਸਟੈਂਸ ਕਿੰਨੀ ਹੈਗੀ 3। ਤੇ ਹੇਠਲੇ ਪਾਸੇ ਕੀ ਕਰਨਾ, ਜਿਹੜੇ ਦੋਏ ਰੈਜ਼ਿਸਟੈਂਸ ਨੇ ਨਾ ਜੋੜ ਲਿਖ ਦੇਣਾ ਗਾ 6 + 3। ਹੁਣ ਇਹਨੂੰ ਸੋਲਵ ਕਰਕੇ ਦੇਖੋ। ਪਹਿਲਾਂ ਬੱਚੇ ਸਭ ਤੋਂ ਪਹਿਲਾਂ ਇਹਨੂੰ ਹੇਠਲੀ ਨੂੰ ਸੋਲਵ ਕਰੋ। 12 ਗੁਣਾ 3/6 ਤੇ 3 9। ਹੁਣ ਆ ਵੰਡ ਕਰੋ ਆਪਸ 'ਚ, ਕੱਟਿਆ ਗਿਆ ਨਾ, ਹੇਠ ਆ ਗਿਆ 3, ਤਾਂ 12 ਗੁਣਾ 1/3 ਆ ਗਿਆ, ਤਾਂ ਇਹਨੂੰ ਕੱਟ ਕੇ ਕਿੰਨਾ ਆ ਗਿਆ 4 ਐਂਪੀਅਰ। ਇਹਦਾ ਮਤਲਬ ਕੀ ਹੈਗਾ, 6 ਦੇ ਵਿੱਚ ਦੀ ਕਿੰਨਾ ਕਰੰਟ ਜਾਊਗਾ, 4 ਜਾਊ। ਦੇਖੋ ਸਹੀ ਜੇ ਹੈਗਾ, 6 ਦੇ ਵਿੱਚ ਦੀ 4 ਜਾਊਗਾ। ਵੋਲਟੇਜ ਨਾਲ ਵੀ ਕੱਢ ਕੇ ਦੇਖ ਲਿਆ ਸੀ, ਕਰੰਟ ਡਿਵੀਜ਼ਨ ਨਾਲ ਵੀ ਕੱਢ ਕੇ ਦੇਖ ਲਿਆ। ਤੇ ਜੇ ਹੁਣ ਆਪਾਂ ਕੱਢਣਾ ਹੁੰਦਾ ਇਹਨੂੰ, ਜੇ ਆਪਾਂ ਇਹਨੂੰ ਹੇਠਲੇ ਦੇ ਵਿੱਚ ਕੱਢਣਾ ਹੁੰਦਾ ਕਰੰਟ, ਵੀ ਆ ਹੇਠਾਂ ਵਾਲੇ ਵਿੱਚ ਕਰੰਟ ਕਿੰਨਾ ਗਾ, ਤਾਂ ਹੇਠਾਂ ਵਾਲੇ 'ਚ ਕਰੰਟ ਕਿਵੇਂ ਨਿਕਲਣਾ ਸੀਗਾ, ਦੇਖ ਲੈਂਦੇ ਹਾਂ ਉਹ ਵੀ ਕਿਵੇਂ ਨਿਕਲੂਗਾ। ਸਭ ਤੋਂ ਪਹਿਲਾਂ ਲਿਖਾਂਗੇ ਅਸੀਂ ਕੁੱਲ ਕਰੰਟ 12 ਗੁਣਾ ਜਿਹਦੇ ਵਿੱਚੋਂ ਕੱਢਣਾ ਉਦੋਂ ਪੁੱਠਾ 6 ਲਿਖਣਾ। ਹੇਠਲੇ ਪਾਸੇ ਦੋਨਾਂ ਜੋੜ 6 + 3। ਇਹ ਤੁਹਾਡੇ ਕੋਲ ਆ ਜਿਹੜਾ ਜੋੜ ਕੇ ਇਹਨਾਂ ਦਾ 9 ਆ ਜਾਊਗਾ ਨਾ, ਤਾਂ 12 ਗੁਣਾ 6/9। ਤਾਂ 3 ਤੇ ਜਾਵਾਂਗੇ, 2 ਜਾਊਗਾ ਜੀ, ਆਹ 3 ਆਊਗਾ, 3 ਤੇ ਗਿਆ ਜੀ, ਆਹ ਆਊਗਾ 4, 4 ਦੂਣੀ 8 ਐਂਪੀਅਰ ਕਰੰਟ ਆ ਗਿਆ ਜੀ। ਕਾਹਦੇ ਵਿੱਚ, ਇਹਦੇ ਵਿੱਚ ਉੱਪਰ ਆਇਆ ਸੀਗਾ 4 ਐਂਪੀਅਰ। ਤਾਂ 8 ਤੇ 4 12 ਬਣਨਗੇ ਜੋੜ ਕੇ, ਇਹੀ ਤਾਂ ਕਹਿੰਦੇ ਹੁੰਦੇ ਆ। ਸੀਰੀਜ਼ 'ਚ ਅਸੀਂ ਕਹਿੰਦੇ ਸੀ ਵੀ ਕਰੰਟ ਵੋਲਟੇਜ ਆ ਜਿਹੜੀ ਵੰਡੀ ਜਾਂਦੀ ਆ, ਪੈਰਲਲ 'ਚ ਅਸੀਂ ਕਹਾਂਗੇ ਵੀ ਕਰੰਟ ਆ ਜਿਹੜਾ ਉਹ ਸਾਡਾ ਵੰਡਿਆ ਜਾਂਦਾ। ਤੇ ਵੰਡਿਆ ਜਾਣ ਵਾਲੇ ਕਰੰਟ ਨੂੰ ਜੇ ਆਪਾਂ ਜੋੜ ਦਈਏ, 4 ਤੇ 8 ਨੂੰ ਜੋੜ ਦਈਏ, 8 ਤੇ 4 ਜੋੜ ਕੇ ਕਿੰਨੇ ਬਣੂਗਾ, ਟੋਟਲ ਕਰੰਟ ਬਣਨਾ ਚਾਹੀਦਾ 12। ਸੀਰੀਜ਼ ਵਿੱਚ ਅਸੀਂ ਕਹਿੰਦੇ ਸੀ ਸਾਰੇ ਡ੍ਰੌਪਸ ਨੂੰ ਜੋੜ ਦਾਂਗੇ, ਕੀ ਬਣਨਾ ਚਾਹੀਦਾ ਤੁਹਾਡਾ, ਸਾਰੇ ਡ੍ਰੌਪ ਨੂੰ ਜੇ ਆਪਾਂ ਆਪਸ ਦੇ ਵਿੱਚ ਜੋੜ ਦਈਏ ਤਾਂ ਸਾਰੇ ਡ੍ਰੌਪ ਜੋੜ ਕੇ ਸਾਡਾ ਕੁੱਲ ਵੋਲਟੇਜ ਆਉਣੀ ਚਾਹੀਦੀ ਸੀਗੀ। ਉਸੇ ਤਰੀਕੇ ਨਾਲ ਪੈਰਲਲ ਦੇ ਵਿੱਚ ਕੁੱਲ ਕਰੰਟ ਜੋੜ ਕੇ 4 ਤੇ 8 ਨੂੰ ਜੋੜ ਕੇ ਕੁੱਲ ਕਰੰਟ ਆਉਣਾ ਚਾਹੀਦਾ। ਸਹੀ ਹੈਗਾ, ਬਿਲਕੁਲ ਸਹੀ ਆ। ਇਹ ਹੈਗਾ ਸਾਡਾ ਜੀ ਪੈਰਲਲ ਸਰਕਟ ਦੇ ਵਿੱਚ ਕਰੰਟ ਡਿਵੀਜ਼ਨ ਲਾ ਪੜਿਆ ਹੈਗਾ ਅਸੀਂ, ਠੀਕ ਹੈ ਜੀ। ਅੱਛਾ, ਇੱਕ ਚੀਜ਼ ਹੋਰ ਹੈਗੀ, 2 ਦਾ ਤੁਹਾਨੂੰ ਦੱਸਤਾ ਫਾਰਮੂਲਾ, 3 ਦਾ ਫਾਰਮੂਲਾ ਨਹੀਂ ਦੱਸਿਆ ਹੈਗਾ ਵੀ ਕੀ ਹੋਊਗਾ। ਵੀ 2 ਦਾ ਫਾਰਮੂਲਾ ਤੁਹਾਨੂੰ ਪਤਾ ਲੱਗ ਗਿਆ ਹੈ ਨਾ, ਤੀਜੇ ਦਾ ਫਾਰਮੂਲਾ ਤੁਹਾਨੂੰ ਦੱਸਿਆ ਨਹੀਂ। ਵੀ ਆਹ ਹੈਗਾ 6, ਆਹ ਹੈਗਾ 3, ਆਹ ਹੈਗਾ 2 ਓਮ, ਆਹ 3 ਰੈਜ਼ਿਸਟੈਂਸ ਆ ਗਈਆਂ। ਹੁਣ
ਹੁਣ 3 ਰੈਜ਼ਿਸਟੈਂਸਾਂ ਦਾ ਕੀ ਕਰੀਏ, ਇਹ ਤਾਂ ਦੱਸਿਆ ਹੀ ਨਹੀਂ ਹੈਗਾ ਤੁਹਾਨੂੰ ਹਜੇ। ਤਾਂ ਇਹਦਾ ਕੀ ਕਰਿਆ ਜਾ ਸਕਦਾ ਰਾਜੇ, ਇੱਕ ਚੀਜ਼ ਤਾਂ ਤੁਹਾਨੂੰ ਜ਼ਰੂਰ ਦੱਸੀ ਹੈ ਨਾ ਵੀ ਕਦੇ ਵੀ ਜੇ 2 ਰੈਜ਼ਿਸਟੈਂਸਾਂ ਸੀ ਪੈਰਲਲ ਦੇ ਵਿੱਚ, ਇਹ ਤਿੰਨੇ ਪੈਰਲਲ ਚ, ਇਹ ਤਾਂ ਪਤਾ ਨਾ ਦੇਖੋ ਇਹ ਤਿੰਨਾਂ ਦੀ ਆਪਸ ਦੇ ਵਿੱਚ ਮਰੋੜੀ। ਇਹ ਰਹੇ ਜਿਹੜਾ ਬਣਿਆ ਹੋਇਆ ਨਾ ਸਫਾਈ ਦਿਖਾਉਣ ਵਾਸਤੇ ਇਦਾਂ ਬਣਾਏ ਹੋਇਆ, ਅਦਰਵਾਈਜ਼ ਤਾਂ ਇਹਨਾਂ ਦੀ ਨਾ ਜਦੋਂ ਆਪਾਂ ਪ੍ਰੈਕਟੀਕਲੀ ਜਦੋਂ ਆਪਾਂ ਮਰੋੜੀਆਂ ਮਾਰਾਂਗੇ ਫਿਰ ਤਾਂ ਇੱਥੇ ਇੱਕ ਥਾਂ 'ਤੇ ਹੀ ਵੱਜਣਗੀਆਂ ਉਹ ਇੱਦਾਂ। ਐਂ ਨਹੀਂ ਪਤਾ ਤਾਰ ਵੀ ਐਂ ਪਈ ਹੋਵੇ, ਐਂ ਮਰੋੜੀਆਂ ਵੱਜਣਗੀਆਂ ਫਿਰ ਤਾਂ ਇਕੱਠੀਆਂ, ਇੱਕ ਪਾਸੇ 3 ਪਾਸੇ ਇੱਕ ਥਾਵੇਂ, 3 ਪਾਸੇ ਇੱਕ ਥਾਵੇਂ, ਇੱਕ ਨੂੰ ਪੋਜ਼ੀਟਿਵ ਦੇਤਾ ਇੱਕ ਨੂੰ ਨੈਗੇਟਿਵ ਦੇਤਾ, ਇੱਦਾਂ ਬਣਨਗੀਆਂ ਇਹ। ਪਰ ਉਹ ਤਾਂ ਬੁੱਕਸ ਨੇ ਤਾਂ ਸਾਫ਼ ਸਫਾਈ ਜੀ ਦਿਖਾਉਣੀ ਹੁੰਦੀ ਹੈ ਨਾ, ਤਾਂ ਕਰਕੇ ਬੱਚੇ ਉਹ ਇੱਦਾਂ ਦਿਖਾ ਦਿੰਦੀਆਂ ਨੇ। ਅਸੀਂ ਤਾਂ ਸਿਰਫ ਕਨੈਕਸ਼ਨ ਦੇਖਣੇ ਵੀ ਕਨੈਕਸ਼ਨ ਕੀ ਸਾਡੇ ਸਿੱਧੇ ਜਾ ਕੇ ਇੱਥੇ ਜੁੜ ਰਹੇ ਆ, ਤਿੰਨੇ ਜੁੜ ਰਹੇ ਆ, ਇੱਕ ਪੋਜ਼ੀਟਿਵ ਨੂੰ ਜੁੜ ਰਿਹਾ, ਇੱਕ ਪਾਸਾ ਇੱਕ ਸਾਰੇ ਤਿੰਨਾਂ ਦੇ ਸਾਰੇ ਪਾਸੇ ਆ ਜਿਹੜੇ ਉਹ ਇੱਕ ਨੈਗੇਟਿਵ ਨੂੰ ਜੁੜ ਰਹੇ ਨੇਗੇ, ਅਤੇ ਤਿੰਨੇ ਸਾਡੇ ਪੈਰਲਲ ਦੇ ਵਿੱਚ ਆ। ਤਾਂ ਪੈਰਲਲ ਤੁਸੀਂ ਕੀ ਕਰੋ ਜੀ, ਤੁਸੀਂ ਕੋਈ ਵੀ 2 ਨੂੰ ਪਹਿਲਾਂ ਸੋਲਵ ਕਰਨਾ ਸ਼ੁਰੂ ਕਰੋ। ਮੰਨ ਲਓ ਅਸੀਂ ਆਹ 2 ਨੂੰ ਸੋਲਵ ਕਰ ਲੈਂਦੇ ਹਾਂ, ਇਹਨਾਂ ਦੋਨਾਂ ਨੂੰ ਤਾਂ ਸੋਲਵ ਕਰਨਾ ਆਉਂਦਾ ਹੀ ਹੈ ਨਾ ਸਾਨੂੰ। ਦੋਨਾਂ ਨੂੰ ਜਦੋਂ ਸੋਲਵ ਕਰਾਂਗੇ ਉੱਪਰਲੇ ਪਾਸੇ ਗੁਣਾ ਕਰਾਂਗੇ ਅਤੇ ਹੇਠਲੇ ਪਾਸੇ ਆਪਾਂ ਜੋੜ ਕਰਾਂਗੇ, ਸਾਡਾ ਇੱਥੋਂ ਕੁੱਲ ਆ ਜਾਏਗਾ ਜਿਹੜਾ 2 ਓਮ ਆ ਜਾਏਗਾ। ਇਹਦਾ ਮਤਲਬ ਦੋਨਾਂ ਨੂੰ ਸੋਲਵ ਕਰਕੇ ਬਾਕੀ ਕਿਸੇ ਨੂੰ ਨਹੀਂ ਛੇੜਨਾ। ਆਹ ਜਿਹੜਾ ਸਿਰਾ ਗਾ ਇੰਨਾ ਕੁ ਸਿਰਾ ਇਹਨਾਂ ਦੀ ਥਾਂ ਦੇ ਉੱਪਰ ਅਸੀਂ ਆਹ ਲਗਾ ਦੇਣਾ। ਹੁਣ ਮਤਲਬ ਕਿਵੇਂ ਵੀ 30 ਤਾਂ ਜਿਵੇਂ ਲੱਗਿਆ ਹੋਇਆ ਉੱਦਾਂ ਹੀ ਲੱਗਿਆ ਰਹਿਣ ਦੇਣਾ ਗਾ। ਉਦੋਂ ਬਾਅਦ ਸਾਡੇ ਕੋਲ ਇਹਨਾਂ ਦੋਨਾਂ ਦੀ ਥਾਂ 'ਤੇ ਕੀ ਲਗਾ ਦੇਣਾ ਗਾ ਅਸੀਂ 2 ਓਮ, ਅਤੇ ਇੱਕ ਸਾਡੇ ਕੋਲ ਜਿਹੜਾ ਪਿਛਲਾ 2 ਓਮ ਆ ਇਹ ਤਾਂ ਹਜੇ ਇੱਕ ਹੋਰ ਪਿਆ ਗਾ, ਇਹ ਤਾਂ ਇੱਥੇ ਲਗਾ ਦੇਣਾ। ਹੁਣ ਸਾਡੇ ਕੋਲ ਟੋਟਲ ਰੈਜ਼ਿਸਟੈਂਸ ਕੱਢਣ ਵਾਸਤੇ ਸਾਡੇ ਕੋਲ ਸਿਰਫ 2 ਰਹਿ ਗਈਆਂ। ਹੁਣ 2 ਕਰ ਲਓ ਜੀ, 2 ਗੁਣਾ 2, 2 + 2, 4/4 ਆ ਗਿਆ ਨਾ, ਮਤਲਬ ਕਿੰਨਾ ਆ ਗਿਆ 1 ਓਮ ਆ ਗਿਆ ਨਾ। ਮਤਲਬ ਸਾਡੇ ਸਰਕਟ ਜਿਹੜਾ ਟੋਟਲ ਸਰਕਟ ਦੀ ਰੈਜ਼ਿਸਟੈਂਸ ਆ ਜਿਹੜੀ ਸਾਡੀ ਉਹ ਕਿੰਨੀ ਹੈਗੀ 1 ਓਮ ਆ ਅਤੇ 30 ਵੋਲਟ ਆ। ਅਤੇ ਕਰੰਟ ਕੱਢਣ ਵਾਸਤੇ ਕੀ ਕਰਨਾ ਪਊ, ਕਰੰਟ ਇਜ਼ ਇਕੁਅਲ ਵੋਲਟੇਜ ਬਟੇ ਰੈਜ਼ਿਸਟੈਂਸ। ਵੋਲਟੇਜ ਕਿੰਨੀ ਸਾਡੀ 30, ਰੈਜ਼ਿਸਟੈਂਸ ਸਾਡੀ 1 ਆ ਗਈ, ਤਾਂ ਕਿੰਨਾ ਕਰੰਟ ਆਊਗਾ 30 ਐਂਪੀਅਰ ਕਰੰਟ ਆਊਗਾ ਇੱਥੇ। ਤਾਂ 30 ਐਂਪੀਅਰ ਕਰੰਟ ਸਾਡਾ ਜਿਹੜਾ ਇੱਥੋਂ ਚੱਲਿਆ ਹੈਗਾ, ਜੇ ਆਪਾਂ ਇਹਨੂੰ ਸੋਲਵ ਹੁਣ ਇੱਥੇ ਦੇਖੀਏ ਥੋੜ੍ਹਾ ਬਹੁਤ ਇਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰੀਏ, ਜਿਹੜਾ 30 ਵੋਲਟ ਦਾ ਕਰੰਟ ਉਹ ਚੱਲਿਆ ਕਿੱਥੋਂ ਆਗਾ ਜੀ, ਉਹ ਟੋਟਲ ਕਰੰਟ ਚੱਲਿਆ ਸਾਡਾ ਇੱਥੋਂ ਚੱਲਿਆ 30 ਐਂਪੀਅਰ ਕਰੰਟ। 30 ਚੱਲਿਆ ਹੈਗਾ। 30 ਤੋਂ ਬਾਅਦ ਜੇ ਅਸੀਂ ਕਰੰਟ ਡਿਵੀਜ਼ਨ ਲਾਉਣਾ ਹੋਵੇ, ਠੀਕ ਹੈ, ਕਰੰਟ ਡਿਵੀਜ਼ਨ ਲਾਉਣ ਤੋਂ ਪਹਿਲਾਂ ਵੈਸੇ ਤਾਂ ਸਿੱਧਾ ਹੀ ਬਣ ਜੂਗਾ ਵੀ ਆਹ ਸਾਡੇ ਆਹ ਜਿਹੜੇ ਸਿਰੇ ਆ ਇਹਨਾਂ ਸਿਰਿਆਂ ਦੇ ਉੱਪਰ ਵੋਲਟੇਜ ਕਿੰਨੀ ਹੈਗੀ 30 ਹੈਗੀ। ਤਾਂ 30 ਨੂੰ 6 ਨਾਲ ਡਿਵਾਈਡ ਕਰਾਂਗੇ, ਇੱਥੇ ਕਿੰਨਾ ਆਊਗਾ 5। ਤਾਂ ਜਦੋਂ ਰਾਜੇ ਆਪਾਂ 3 ਨੂੰ 30 ਨਾਲ ਡਿਵਾਈਡ ਕਰਾਂਗੇ, ਕਿਉਂਕਿ ਇੱਥੇ ਵੀ ਤਾਂ ਵੋਲਟੇਜ ਤਾਂ ਉਨੀ ਹੋ ਆ ਗਈ ਨਾ, 30 ਵੋਲਟੇਜ ਆ ਨਾ 2 ਸਿਰਿਆਂ ਦੇ ਉੱਪਰ, 3 ਵਾਲੇ 2 ਸਿਰਿਆਂ ਦੇ ਉੱਪਰ। ਤਾਂ ਇੱਥੇ ਕਰੰਟ ਕਿੰਨਾ ਆਊਗਾ 10। ਤਾਂ ਇੱਥੇ ਕਰੰਟ ਕਿੰਨਾ ਆਊਗਾ 30 ਨੂੰ 2 ਨਾਲ ਕਰਾਂਗੇ ਕਿੰਨਾ ਕਰੰਟ ਆਊਗਾ ਇੱਥੇ 15 ਆਊਗਾ। ਤਾਂ 15 ਨੂੰ 10 ਜੋੜਾਂਗੇ 25, 25 ਚ 5 ਜੋੜਾਂਗੇ 30, 30 ਬਣ ਗਏ ਜੀ। ਠੀਕ ਹੈ ਜੀ, ਇੱਥੇ ਵੀ 30 ਵਾਪਸ ਜਾਊਗਾ, ਇੱਧਰੋਂ ਆਊਗਾ 5 ਤਾਂ ਆ ਕੇ ਇੱਧਰ ਨੂੰ ਮੁੜ ਜੂਗੇ 5, ਉੱਪਰੋਂ 10 ਆਊਗਾ ਇੱਧਰ ਨੂੰ ਆ ਕੇ ਇੱਧਰ ਨੂੰ ਮੁੜ ਜੂਗਾ 5, ਇੱਧਰ ਨੂੰ 15 ਆਊਗਾ, 15 ਵਾਲਾ ਵੀ ਇੱਧਰਲੇ ਪਾਸੇ ਮੁੜ ਜੂਗਾ। ਠੀਕ ਹੈ ਜੀ, ਇਹ ਸਰਕਟ ਹੁੰਦਾ ਸਾਡਾ। ਇਹ 3 ਦਿੱਤੇ, ਹੁਣ ਘਬਰਾਉਣਾ ਨਹੀਂ ਹੈਗਾ, ਪਹਿਲਾਂ ਕਿਸੇ ਵੀ 2 ਨੂੰ ਸੋਲਵ ਕਰ ਲਓ, ਜਿਹੜੇ ਤੁਹਾਨੂੰ ਲੱਗਦਾ ਵੀ ਸੌਖੇ ਸੋਲਵ ਹੋ ਸਕਦੇ ਉਹਨੂੰ ਸੋਲਵ ਕਰ ਲਓ। ਤੁਸੀਂ ਇੱਕ ਚੀਜ਼ 2 ਥਾਵੇਂ ਦੇਖੀ ਹੈਗੀ ਵੀ ਜਦੋਂ ਕਦੇ ਰੈਜ਼ਿਸਟੈਂਸਾਂ ਸੇਮ ਸੀਗੀਆਂ ਸਾਡੀਆਂ ਪੈਰਲ ਦੇ ਵਿੱਚ 2 ਤੇ 2, ਇਹਦਾ ਅੱਧ ਹੋ ਗਿਆ ਸੀਗਾ, ਪਤਾ ਦੇਖੋ 1 ਰਹਿ ਗਿਆ ਸੀਗਾ। ਫਾਰਮੂਲਾ ਤਾਂ ਅਸੀਂ ਉਹੀ ਲਾਇਆ 2 ਗੁਣਾ 2, 2 + 2, ਵੀ ਉੱਪਰ ਗੁਣਾ ਹੇਠਲੇ ਪਾਸੇ ਪਲੱਸ। ਪਰ ਜ਼ਿਆਦਾਤਰ ਇਹ ਫਾਰਮੂਲਾ ਸਾਨੂੰ ਅੱਧ ਕਰਕੇ ਦੇ ਦਿੰਦਾ ਹੁੰਦਾ, ਕਦੋਂ ਜਦੋਂ 2 ਰੈਜ਼ਿਸਟੈਂਸ ਸਾਡੀਆਂ ਸੇਮ ਹੋਣ। ਇੱਕ ਪਹਿਲਾਂ ਵੀ ਆਈਆਂ ਸੀਗੀਆਂ 2 ਰੈਜ਼ਿਸਟੈਂਸ, ਤੁਹਾਨੂੰ ਮੈਂ ਦਿਖਾਉਣਾ ਕਿੱਥੇ ਆਈਆਂ ਸੀਗੀਆਂ, ਇੱਥੇ ਆਈਆਂ ਸੀ ਰਾਜੇ, ਆਹ ਦੇਖੋ ਇੱਥੇ ਆਈਆਂ ਸੀਗੀਆਂ। ਇੱਥੇ ਟੋਟਲ ਰੈਜ਼ਿਸਟੈਂਸ ਕਿੰਨੀ ਕੱਢੀ ਸੀਗੀ ਅਸੀਂ ਦੱਸੋ, ਟੋਟਲ ਰੈਜ਼ਿਸਟੈਂਸ ਦੇਖੋ ਰਾਜੇ, ਆਹ ਦੇਖੋ ਕੱਢੀ ਸੀ ਅਸੀਂ, ਦੋਨੇ ਕਿੰਨੀਆਂ ਸੀਗੀਆਂ ਸਾਡੀਆਂ 6 ਸੀਗੀਆਂ ਨਾ, ਸਾਡੀਆਂ ਦੋਨੇ ਸਾਡੀਆਂ 6 ਸੀਗੀਆਂ। ਜੇ ਆਪਾਂ 6 ਨੂੰ 6 ਦੇ ਨਾਲ ਸੋਲਵ ਕੀਤਾ ਸੀਗਾ, 6 ਗੁਣਾ 6, 6 + 6 ਕਿੰਨਾ ਆ ਗਿਆ, 3 ਆ ਗਿਆ ਸੀਗਾ ਨਾ ਸਾਡਾ। ਤਾਂ 3 ਹੁੰਦਾ ਕੀ ਆ, 6 ਦਾ ਅੱਧੇ ਹੁੰਦਾ ਨਾ। ਇਹਦਾ ਮਤਲਬ ਤੁਸੀਂ ਇੱਥੇ ਹੁਣ ਯਾਦ ਰੱਖਣ ਵਾਲੀ ਗੱਲ ਹੈ ਵੀ ਜੇ 2 ਰੈਜ਼ਿਸਟੈਂਸਾਂ ਜਿਹਦੀ ਵੈਲਿਊ ਸੇਮ ਹੋਊ ਅਤੇ ਜਦੋਂ ਪੈਰਲਲ 'ਚ ਜੁੜੀਆਂ ਹੋਣਗੀਆਂ, ਮੰਨ ਲਓ ਆ ਵੀ 12 ਇਹ ਵੀ 12, ਜਦੋਂ ਪੈਰਲਲ ਜੁੜੀਆਂ ਹੋਣਗੀਆਂ ਅਤੇ ਜਿਨ੍ਹਾਂ ਦੀ ਵੈਲਿਊ ਸੇਮ ਹੋਊ ਅਸੀਂ 12 ਨੂੰ ਸਿੱਧਾ 2 ਨਾਲ ਡਿਵਾਈਡ ਕਰ ਦਾਂਗੇ, ਕਿੰਨਾ ਆ ਜਾਊਗਾ 6 ਆ ਜਾਊਗਾ, 6 ਓਹਮ ਆ ਜਾਊਗਾ। ਤਾਂ ਉਸ ਵੇਲੇ ਜਦੋਂ ਰੈਜ਼ਿਸਟੈਂਸਾਂ ਦੀ ਵੈਲਿਊ ਬਰਾਬਰ ਹੁੰਦੀ ਹੈ ਪੈਰਲਲ ਦੇ ਵਿੱਚ, ਅਸੀਂ ਉਹਨਾਂ ਨੂੰ ਸਿੱਧਾ ਸੋਲਵ ਕਰ ਸਕਦੇ ਹਾਂ ਬਿਨਾਂ ਕਿਸੇ ਫਾਰਮੂਲੇ ਤੋਂ। ਅੱਛਾ ਮੰਨ ਲਓ ਸਪੋਜ਼ ਕਰੋ ਇਹ 3 ਹੋਣ ਅਤੇ 3 ਪੈਰਲਲ ਦੇ ਵਿੱਚ ਹੋਣ, 3 ਹੋਣ ਅਤੇ 3 ਪੈਰਲਲ ਦੇ ਵਿੱਚ ਹੋਣ 12। ਹੁਣ ਕੀ ਕਰੀਦਾ ਹੁੰਦਾ, ਪਹਿਲਾਂ ਦੇਖੋ 12 ਨੂੰ 2 ਨਾਲ ਡਿਵਾਈਡ ਕੀਤਾ ਸੀ, 2 ਕਿਉਂ ਲਾਇਆ ਸੀਗਾ, ਕਿਉਂਕਿ 2 ਬ੍ਰਾਂਚਾਂ ਸੀਗੀਆਂ ਸਾਡੇ, 2 ਪਾਥ ਸੀਗੇ। ਹੁਣ ਕਿੰਨੇ ਪਾਥ ਹੋ ਗਏ, 12 ਦੇ ਉੱਪਰ ਲਿਖ ਨਹੀਂ ਲਿਖਣਾ, ਹੁਣ ਕਿੰਨੇ ਪਾਥ ਹੋ ਗਏ 3 ਹੋ ਗਏ, ਤਾਂ ਮਤਲਬ ਰੈਜ਼ਿਸਟੈਂਸ ਕਿੰਨੀ ਰਹਿ ਗਈ 4 ਓਮ ਰਹਿ ਗਈ। ਇਸ ਤਰੀਕੇ ਨਾਲ ਤੁਸੀਂ ਸੋਲਵ ਕਰ ਸਕਦੇ ਹੋਗੇ। ਠੀਕ ਹੈ, ਇਸ ਸਰਕਟ ਦੀਆਂ ਖੂਬੀਆਂ ਦੇਖੋ ਜੀ ਕੀ ਕੀ ਹੁੰਦੀਆਂ ਨੇ ਖੂਬੀਆਂ। ਇਸ ਸਰਕਟ ਦੇ ਨਾਲ ਇੱਕ ਸੰਬੰਧਿਤ 2-3 ਕੁਐਸਚਨ ਮੈਂ ਤੁਹਾਨੂੰ ਹੋਰ ਕਰਵਾਉਣ ਲੱਗਿਆਂਗਾ। ਇਹਦੀਆਂ ਖੂਬੀਆਂ ਕੀ ਆ ਵੀ ਘਰ ਦੇ ਵਿੱਚ ਨਾ ਇੱਕ ਵੋਲਟੇਜ ਆ ਗਈ 230 ਵੋਲਟ,
ਤੁਸੀਂ ਆਹ ਤਾਰ ਇਦਾਂ ਕਰਦੀ ਆ, ਨਿਊਟਰਲ ਨੂੰ ਵਧਾ ਕੇ ਛੱਡ ਤੈਨੂੰ ਇੱਕ ਕਮਰੇ ਦੇ ਵਿੱਚੋਂ ਫੇਸ ਚੱਕਿਆ ਤੇ ਉਸ ਕਮਰੇ ਵਿੱਚ ਇੱਕ ਪੱਖਾ ਲਾਤਾ। ਇੱਕ ਦੂਜੇ ਕਮਰੇ ਦੇ ਵਿੱਚ ਇੱਕ ਆਹ ਕਮਰਾ ਹੈਗਾ ਜੀ, ਦੂਜੇ ਕਮਰੇ ਦੇ ਵਿੱਚ ਤੁਸੀਂ ਕੀ ਕੀਤਾ, ਇੱਕ ਬਲਬ ਲਗਾਤਾ, ਪੱਖਾ ਲਗਾਤਾ। ਤੀਜੇ ਕਮਰੇ ਦੇ ਵਿੱਚ ਵੀ ਕੁਛ ਨਾ ਕੁਛ, ਮੰਨ ਲਓ ਇੱਥੇ ਸਟੋਰ ਹੈਗਾ, ਇੱਥੇ ਇੱਕ ਲਾਈਟ ਲੱਗੀ ਹੋਈ ਹੈ, ਠੀਕ ਹੈ। ਤਾਂ ਇਹਦਾ ਮਤਲਬ ਹਰ ਕਮਰੇ ਦੇ ਵਿੱਚ ਇੱਕ ਫੇਸ ਦਿੱਤਾ ਹੋਇਆ, ਇੱਕ ਨਿਊਟਰਲ ਦਿੱਤਾ ਹੋਇਆ ਹੈਗਾ। ਉਹ ਜਿਹੜਾ ਫੇਸ ਹੈਗਾ ਉਹ ਬਾਹਰੋਂ ਆ ਰਿਹਾ ਹੈਗਾ। ਇਹਦਾ ਮਤਲਬ ਹਰ ਕਮਰੇ ਵਿੱਚ ਵੋਲਟੇਜ ਕਿੰਨੀ ਹੈ, ਪੈਰਲ ਦੇ ਵਿੱਚ ਵੋਲਟੇਜ ਬਰਾਬਰ ਰਹਿੰਦੀ ਹੈ ਨਾ। 230 ਵੋਲਟ ਇੱਥੇ ਆ, 230 ਵੋਲਟ ਇੱਥੇ ਆ, 230 ਵੋਲਟ ਇੱਥੇ ਹੈਗਾ। ਇਹਦਾ ਮਤਲਬ ਤਿੰਨੇ ਕਮਰੇ ਵਿੱਚ ਸੇਮ ਵੋਲਟੇਜ ਪਹੁੰਚ ਰਹੀ ਹੈ। ਜ਼ਿਆਦਾਤਰ ਸਾਡੇ ਘਰਾਂ ਦੇ ਵਿੱਚ ਜਿਹੜੀ ਸਪਲਾਈ ਹੁੰਦੀ ਹੈ, ਪੇਪਰ ਦੇ ਵਿੱਚ ਪੁੱਛਿਆ ਜਾਣ ਵਾਲਾ ਮੋਸਟ ਇੰਪੋਰਟੈਂਟ ਕੁਐਸਚਨ ਹੈਗਾ, ਘਰਾਂ ਵਿੱਚ ਅਪਲਾਇੰਸਿਸ ਕਿਵੇਂ ਜੋੜੇ ਜਾਂਦੇ ਹਨ। ਬਿਜਲੀ ਦੇ ਯੰਤਰ, ਅਪਲਾਇੰਸਿਸ ਹੁੰਦਾ ਜੀ, ਬਿਜਲੀ ਦੇ ਯੰਤਰ, ਇਲੈਕਟ੍ਰੀਕਲ ਅਪਲਾਇੰਸ ਕਿਵੇਂ ਜੋੜੇ ਜਾਂਦੇ ਹਨ, ਕਿਵੇਂ ਜੋੜੇ ਜਾਂਦੇ ਹਨ, ਕਿਵੇਂ ਰਾਜੇ, ਪੈਰਲਲ ਦੇ ਵਿੱਚ। ਯਾਦ ਰੱਖਣਾ ਸਮਾਨ ਅੰਤਰ। ਇਹਦਾ ਕਾਰਨ ਇਹ ਹੈ ਵੀ ਤਾਂ ਕਿ ਸਾਰਿਆਂ ਨੂੰ ਵੋਲਟੇਜ ਪੂਰੀ ਮਿਲੇ। ਜੇ ਕੋਈ ਬਲਬ ਆ ਜਿਹੜਾ 230 ਵੋਲਟ ਵਾਸਤੇ ਬਣਿਆ, ਜਿਹਨੂੰ ਆਪਾਂ 180 ਵੋਲਟ ਦੇਵਾਂਗੇ, ਚੱਲੂ ਨਹੀਂ ਚੱਲੂ। ਤੇ ਜੇ ਕਿਤੇ, ਅੱਛਾ ਦੂਜੀ ਗੱਲ, ਮੰਨ ਲਓ ਆ ਬਲਬ ਫਿਊਜ਼ ਹੋ ਗਿਆ, ਕੀ ਸਾਡੀ ਆ ਸਪਲਾਈ ਜਾਣੋਂ ਹਟ ਜੂਗੀ ਹੁਣ ਅੱਗੇ? ਆਹ ਫੇਸ ਤੇ ਆਹ ਨਿਊਟਰਲ ਦੇ ਵਿੱਚ ਤਾਂ ਰਹੂਗੀ ਨਾ ਸਪਲਾਈ, ਚਾਹੇ ਆਹ ਫਿਊਜ਼ ਹੋਵੇ ਚਾਹੇ ਆਹ ਵੀ ਫਿਊਜ਼ ਹੋ ਜਾਵੇ। ਜਾਂ ਫਿਰ ਆਪਾਂ ਕਹੀਏ ਵੀ ਮੰਨ ਲਓ ਸਾਡਾ ਜਿਹੜਾ ਅਗਲੇ ਵਾਲਾ ਸਭ ਤੋਂ ਪਹਿਲਾਂ ਵਾਲਾ ਜਿਹੜਾ ਆਹ ਫਿਊਜ਼ ਹੋ ਗਿਆ ਇੱਥੋਂ, ਤਾਂ ਜੇ ਫਿਊਜ਼ ਹੋ ਗਿਆ ਚਲੋ ਠੀਕ ਆ, ਮੰਨ ਲਓ ਇਹਨੂੰ ਆਪਾਂ ਓਪਨ ਕਰਤਾ, ਜਿਹੜਾ ਫਿਊਜ਼ ਹੋ ਗਿਆ ਉੱਥੇ ਕਰੰਟ ਜਾ ਨਹੀਂ ਰਿਹਾ, ਪਰ ਬਾਕੀਆਂ ਨੂੰ ਤਾਂ ਕੋਈ ਫਰਕ ਨਹੀਂ ਪਿਆ ਨਾ। ਬਾਕੀਆਂ ਦੇ ਉੱਪਰ ਤਾਂ ਵੋਲਟੇਜ ਵੀ ਓਨੀ ਹੋਵਾਂਗੀ, ਬਾਕੀਆਂ ਦੇ ਉੱਪਰ ਤਾਂ ਵੋਲਟੇਜ ਓਨੀ ਹੋਆ ਨਾ, ਬਾਕੀਆਂ ਨੂੰ ਤਾਂ ਕੋਈ ਫਰਕ ਨਹੀਂ ਪੈ ਰਿਹਾ ਨਾ। ਤੇ ਇਹਦਾ ਮਤਲਬ ਕੀ ਹੈਗਾ, ਪੈਰਲਲ ਦੀ ਖੂਬੀ ਇੱਕ ਇਹ ਹੈਗੀ ਵੀ ਜੇ ਕਿਤੇ ਕੋਈ ਯੰਤਰ ਓਪਨ ਸਰਕਟ ਹੋ ਜਾਂਦਾ ਹੈ, ਮਤਲਬ ਮੱਚ ਜਾਂਦਾ ਹੈ, ਓਪਨ ਸਰਕਟ ਹੁੰਦਾ ਹੈ, ਤਾਂ ਬਾਕੀਆਂ ਤੇ ਕੋਈ ਪ੍ਰਭਾਵ ਨਹੀਂ ਪੈਂਦਾ, ਬਾਕੀਆਂ ਤੇ ਨਹੀਂ ਪੈਂਦਾ ਹੈ। ਮੇਰੀ ਲਿਖਾਈ ਥੋੜੀ ਜਿਹੀ ਗੰਦੀ ਆ, ਪਤਾ ਕਿਉਂ ਗੰਦੀ ਹੈਗੀ? ਕਿਉਂਕਿ ਬਣਨਾ ਤਾਂ ਸੀ, ਡਾਕਟਰਾਂ ਦੀ ਰਾਈਟਿੰਗ ਮਾਫ ਹੁੰਦੀ ਹੈ ਨਾ, ਮਾੜੀ ਹੁੰਦੀ ਆ, ਪਰ ਡਾਕਟਰ ਵਾਲਾ ਐਮਡੀ ਵੀ ਨਹੀਂ ਬਣਨਾ ਸੀਗਾ, ਬਣਨਾ ਤਾਂ ਮੈਂ ਡੰਗਰ ਡਾਕਟਰ ਹੀ ਸੀਗਾ। ਪਰ ਚਲੋ ਕੋਈ ਗੱਲ ਨਹੀਂ, ਹੁਣ ਰੱਬ ਨੇ ਨਾ ਇੱਧਰਲੇ ਪਾਸੇ ਨੂੰ ਪਾਤਾ, ਤਾਂ ਸਿੱਖ ਤਾਂ ਮੈਂ ਆ ਲਿਆ, ਪਰ ਰਾਈਟਿੰਗ ਨਹੀਂ ਮੇਰੀ ਸੁਧਰੀ ਹੈਗੀ। ਰਾਈਟਿੰਗ ਮੇਰੀ ਉਹ ਡਾਕਟਰਾਂ ਵਾਲੀ ਹੋ ਰਹਿ ਗਈ, ਰਾਈਟਿੰਗ ਮੇਰੀ ਡੰਗਰ ਡਾਕਟਰਾਂ ਵਾਲੀ ਹੈਗੀ, ਪਰ ਸਿਖਾ ਮੈਂ ਇਲੈਕਟ੍ਰੀਕਲ ਰਿਹਾ, ਤਾਂ ਕਰਕੇ ਰਾਈਟਿੰਗ ਨਾਲ ਥੋੜ੍ਹਾ ਜਿਹਾ ਸਮਝੌਤਾ ਕਰ ਲਿਓ, ਠੀਕ ਹੈ। ਚਲੋ, ਤਾਂ ਬੱਚੇ ਜੇ ਆਪਾਂ ਇੱਥੇ ਨਾ ਸੀਰੀਜ਼ ਦੇ ਵਿੱਚ ਬਣਾ ਲੈਂਦੇ, ਸੀਰੀਜ਼ ਦੇ ਵਿੱਚ ਜੇ ਆਪਾਂ ਘਰ ਵਾਲੀ ਸਪਲਾਈ ਆਪਾਂ ਕੀ ਕਹੀਏ ਵੀ ਆਹ ਸਾਡੇ ਕੋਲੇ 230 ਵੋਲਟ ਬਾਹਰਲੇ ਪਾਸੇ ਆਈ ਸਾਡੇ ਬੋਰਡ ਦੇ ਵਿੱਚ, ਤਾਂ ਅਸੀਂ ਕੀ ਕੀਤਾ, ਸੀਰੀਜ਼ ਦੇ ਵਿੱਚ ਇੱਕ ਜੰਤਰ ਨੂੰ ਆਹ ਜੋੜਤਾ, ਉੱਥੋਂ ਅਸੀਂ ਫੇਸ ਤੇ ਬਾਅਦ ਨਿਊਟਰਲ ਚੱਕੀ, ਉਸ ਨਿਊਟਰਲ ਤੋਂ ਅੱਗੇ ਅਸੀਂ ਕਾ ਦੂਜੇ ਕਮਰੇ ਦਾ ਬਲਬ ਜੋੜਤਾ, ਫਿਰ ਤੀਜੇ ਕਮਰੇ ਦਾ ਬਲਬ ਜੋੜਤਾ। ਪਹਿਲੀ ਗੱਲ ਤਾਂ ਇਹੀ ਆ ਵੀ ਜਦੋਂ 230 ਵੋਲਟ ਆਪਾਂ ਇੱਥੇ ਲਗਾਵਾਂਗੇ, ਇਹਨੂੰ ਸੌਖਾ ਕਰਨ ਵਾਸਤੇ 230 ਥਾਂ ਤੇ ਆਪਾਂ ਲਿਖਦੇ ਹਾਂ ਇਹਨੂੰ 210, ਤਿੰਨ ਬਲਬ ਲੱਗ ਗਏ ਹੁਣ ਸੇਮ ਰੇਟਿੰਗ ਦੇ ਆ ਮੰਨ ਲਓ। ਤਾਂ ਇਹ ਵੋਲਟੇਜ ਆ ਜੀ, ਹੁਣ ਪੈਰਲਲ ਦੇ ਸੀਰੀਜ਼ ਦੇ ਵਿੱਚ ਵੋਲਟੇਜ ਵੰਡੀ ਜਾਂਦੀ ਹੈ ਨਾ, ਸਭ ਨੂੰ 230 ਤਾਂ ਮਿਲ ਨਹੀਂ ਸਕਦੀ ਹੈਗੀ। ਹੁਣ ਇਹ ਕਿਹੜਾ ਪੈਰਲਲ ਹੈਗਾ, ਤਾਂ ਮਿਲੂਗੀ ਕਿੰਨੀ ਪਤਾ, 210 ਦੇ ਹਿਸਾਬ ਨਾਲ 70 ਵੋਲਟ ਸਿਰਫ ਇਹਨੂੰ ਮਿਲੂਗੀ, 70 ਵੋਲਟ ਇਹਨੂੰ ਮਿਲੂਗੀ ਜੀ, 70 ਇਹਨੂੰ ਮਿਲੂਗੀ, 70 ਇਹਨੂੰ ਮਿਲੂਗੀ। ਜਿਹੜਾ ਬਲਬ 220 ਵਾਸਤੇ ਲਿਖਿਆ ਹੋਇਆ ਉਹਦੇ ਉੱਪਰਲੇ ਪਾਸੇ ਵੀ 220 ਤੇ ਚੱਲੂਗਾ, ਉਹਨੂੰ ਜੇ 70 ਵੋਲਟ ਮਿਲ ਰਹੀ ਹੈਗੀ ਰਾਜੇ, ਉਹ ਬਲਬ ਨੇ ਤਾਂ ਬਰਾਈਟਨੈਸ ਦੇਣੀ ਨਹੀਂ ਸਾਨੂੰ। ਪਹਿਲਾ ਨੁਕਸਾਨ ਤਾਂ ਇਹ ਹੋ ਗਿਆ ਵੀ ਵੋਲਟੇਜ ਜਿਹੜੀ ਹੁੰਦੀ ਹੈਗੀ ਸਾਡੀ, ਵੋਲਟੇਜ ਪੂਰੀ ਨਹੀਂ ਮਿਲਦੀ ਹੈਗੀ, ਪੂਰੀ ਨਹੀਂ ਮਿਲਦੀ, ਪਹਿਲੀ ਗੱਲ। ਦੂਜੀ ਗੱਲ, ਮੰਨ ਲਓ ਰੱਬ ਨਾ ਕਰੇ ਸਾਡਾ ਇੱਕ ਬਲਬ ਖਰਾਬ ਹੋ ਗਿਆ, ਆ ਲਓ ਸਰਕਟ ਸਾਰੀ ਓਪਨ ਹੋ ਗਿਆ, ਆ ਚੰਗੇ ਭਲੇ ਚੱਲਦੇ ਵੀ, ਇਹਨਾਂ ਦਾ ਕੋਈ ਕਸੂਰ ਨਹੀਂ ਸੀਗਾ ਨਾ, ਇਹ ਵੀ ਹਟ ਗਏ ਚੱਲਣਾ, ਹੁਣ ਕਰੰਟ ਨਹੀਂ ਮਿਲਿਆ ਵਿਚਾਰਿਆਂ ਨੂੰ, ਕੀ ਕਰਨ ਇਹ? ਕਲੀਅਰ ਹੋ ਗਈ ਜੀ ਗੱਲ ਇਹ। ਤਾਂ ਇੱਕ ਤੇ ਸਾਡੇ ਨਾਲ ਸਾਰਾ ਸਰਕਟ ਖੜ ਜਾਂਦਾ ਸਾਡਾ, ਇਹ ਵੀ ਸਾਡੇ ਸੀਰੀਜ਼ ਦੇ ਨੁਕਸਾਨ ਨੇ। ਤਾਂ ਸੀਰੀਜ਼ ਦੇ ਵਿੱਚ ਕਦੇ ਵੀ ਅਸੀਂ ਯੰਤਰਾਂ ਨੂੰ ਨਹੀਂ ਜੋੜਦੇ, ਸਦਾ ਹਮਾਰੇ ਜਿਹੜੇ ਸਾਡੇ ਜਿਹੜੇ ਯੰਤਰ ਆ ਗਏ ਉਹ ਕਾਹਦੇ ਵਿੱਚ ਜੋੜੇ ਹੁੰਦੇ ਨੇਗੇ, ਪੈਰਲਲ ਦੇ ਵਿੱਚ ਜੋੜੇ ਹੁੰਦੇ ਨੇਗੇ। ਇਹਨੂੰ ਲੜ ਮੰਨ ਲਓ ਜੀ ਗੱਲ ਨੂੰ। ਤਾਂ ਪੈਰਲਲ ਦਾ ਹੀ ਫਾਇਦਾ ਹੈਗਾ ਸਾਨੂੰ, ਤਾਂ ਕਿ ਸਾਰੇ ਯੰਤਰਾਂ ਦੇ ਅਕਰੋਸ, ਸਾਰੇ ਕਮਰਿਆਂ ਦੇ ਵਿੱਚ, ਸਾਰੇ ਸਟੋਰੀਆਂ ਦੇ ਵਿੱਚ ਜਿਹੜੀ ਵੋਲਟੇਜ ਸਾਡੀ ਉਹ ਪੂਰੀ ਮਿਲੇ, ਤਾਂ ਕਰਕੇ ਅਸੀਂ ਯੰਤਰਾਂ ਨੂੰ ਹਮੇਸ਼ਾ ਪੈਰਲਲ ਦੇ ਵਿੱਚ ਜੋੜਦੇ ਹਾਂ। ਮੇਰੇ ਖਿਆਲ ਨਾਲ ਇੰਨਾ ਕਲੀਅਰ ਹੋ ਗਿਆ ਹੋਵੇਗਾ, ਹੈ ਨਾ। ਤੁਹਾਡੇ 'ਤੇ ਬਹੁਤ ਜ਼ਿਆਦਾ ਬੋਝ ਪਾਉਂਦੇ ਨਹੀਂ ਹੈਗੇ ਜੀ, ਥੋੜ੍ਹਾ ਥੋੜ੍ਹਾ ਕਰਕੇ ਖਵਾਵਾਂਗੇ ਤੁਹਾਨੂੰ। ਅਤੇ ਵੀਡੀਓ ਜੇ ਪਸੰਦ ਆਈ ਹੈਗੀ ਬੱਚਿਓ, ਲਾਈਕ ਜ਼ਰੂਰ ਕਰਿਓ, ਆਪਣੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਿਓ। ਧੰਨਵਾਦ ਬਹੁਤ ਬਹੁਤ ਤੁਹਾਡਾ।